हुण बहुती देर दी गल ना रह गई, पिंड ते पींग कुलैणी पै गई। चल उठ खड़ा ओ मंजा छड़ दे, दिल्ली कहेगी बड़ा कुछ कहेगी। धियां पुत कट्ठे कर लै तू, टब्बर इकट्ठा कर लै तू, एवें मैं अपनी ते अड़ गया। ओ अखां खोल पंजाब सिया, वो तेरे घर च लुटेरे वड़ गए। ओ हुंदा सूरमे गदार विच फर्क बड़ा, कीता जाली विद्वाना बेड़ा गर्क बड़ा। ओ तर्क ने इन्ने के लवल सिटते, किरदार कुशी करिए ना कदे नट ते। सूरे माड़ी मोटी गल ते कदे ना झुरदे, सरदार बंदे खाली ना मैदानों मुड़दे। सरदार बंदे खाली ना मैदानों मुड़दे। सरदार बंदे सरदार बंदे। सरकार किसी की भी बनती, आप हाथ जोड़ के अखा बंद करके अरदास ही करनी सी। सो भाई भगवंत होरां लई भी असीं अरदास करते हैं, उन्होंने समुची कैबिनेट के लिए, उन्होंने MLAs के लिए कि बहुत सोहना काम होवे। 5 साल दिते महाराज ने उन्होंने तख्त बख्शे, इन्हां 5 सालों बहुत सोहने काम होण, जिथे जिथे असीं पछड़े हुए हैं उतों नाल रल जाइए। बहुत ऑनेस्टली है, कोई तुरदी फिरदी गल नहीं है। इस गल ने अंदोलन ने दिखाता कि वो कला किसी काम की नहीं है जिहड़ी साडे लोगों के काम नहीं है। एक परिवार हुंदा है, जो परिवार सारे की सहमति ना बने तो मैनूं लगदा वो कोई सोहनी गल नहीं है ना। असी पंजाबियों ने बहुत वड्डे दिल कर करके बत्तियों नूं एक देखिया 1.25 साल है ना। बहुत सारिया खटपिठियां गल्लां सी, ना थोथों लुकियां ना मैथों लुकियां है ना। सानूं सब नूं पता सी कि की इतराज चढ़ाव अंदोलन के टाइम उत्थे भी आए हैं। सोहनी गल तो यह होनी सी कि वो 32 दे 32 एक माला दे बन के हुंदे, और बत्तियां दी एक आवाज़ एक बन के जो पंजाब च गूंजदी, तो मैनूं लगदा कि उस गल का एक असर होर रहना सी। जदों फिर प्रैस कानफ्रेंसां तो बाद अलग अलग प्रैस कानफ्रेंसां होईयां, माइक बदले तो स्टेटमेंटां चेंज होईयां, तो कुछ जिहड़े जथेबंदियां सी उन्हां वल्लों इलैक्शन लड़न लई हामी भरी गई, कुछ वल्लों नहीं लड़ी गई। सो मेरे ख्याल च उत्थे ही अध रह जांदा बाई। दोस्तों साडे सारिਆਂ ਵੱਲੋਂ ਤੁਹਾਡੇ ਸਾਰਿਆਂ ਲਈ बहुत बहुत आदर सत्कार ਸਮੁੱਚੇ मीडिया का, और अक्सर आप सारे मिलते रहने, पहलों कोई पहली मुलाकात नहीं है। तो बहुत बहुत प्यार ਤੁਹਾਡੇ ਸਾਰਿਆਂ ਦੇ ਲਈ, ਇਹਨਾਂ ਵੱਡਿਆਂ ਲਈ बहुत बहुत आदर सत्कार, ਬਾਈ ਮੇਜਰ ਹੋਰਾਂ ਲਈ बहुत सत्कार। ਅੱਜ ਇਕੱਠੇ ਹੋਣ ਦਾ ਮਕਸਦ ਇਹ ਹੈ ਕਿ ਇਸ 30 ਤਰੀਕ ਨੂੰ ਜਾ ਰਹੇ ਹਾਂ ਅਮਰੀਕਾ ਨੂੰ, ਤੇ ਲਾ ਲਓ ਵੀ ਕਰੋਨਾ ਤੋਂ ਬਾਅਦ ਇਹ ਪਹਿਲਾ ਟੂਰ ਹੈ ਮੇਰਾ। ਜਦੋਂ ਮਹਾਰਾਜ ਨੇ ਕਿਸੇ ਬਾਹਰਲੇ ਮੁਲਕ 'ਚ ਦਾਣਾ ਪਾਣੀ ਲਿਖਿਆ ਤਾਂ ਅਮਰੀਕਾ ਦਾ ਟੂਰ ਹੈ। ਤੇ ਹੁਣ ਤੱਕ ਦੇ ਜਿਹੜੇ 13 ਸ਼ੋਅ ਆ ਜਿਹੜੇ ਉਹ ਲਾਈਨ ਅਪ ਹੋ ਗਏ ਅਮਰੀਕਾ ਦੇ, ਤੇ ਬਾਕੀ ਕੁਛ ਕੁ ਸ਼ੋਅ ਹੈ ਜਿਹੜੇ ਬਾਈ ਬਿਕਰਮਜੀਤ ਹੋਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਸੀ ਹੁਣ ਲਾਈਨ ਅਪ ਹੋ ਰਹੇ ਆ। ਸੋ ਟੋਟਲ ਲਾ ਲਓ ਕੋਈ 14 15 16 ਜਿੰਨੇ ਵੀ ਸ਼ੋਅ ਹੋਣਗੇ ਆਪਾਂ ਸਾਰੇ ਆਲ ਓਵਰ ਅਮਰੀਕਾ 'ਚ ਕਰਾਂਗੇ। ਤੇ 3 ਤਰੀਕ ਤੋਂ ਇਸ ਟੂਰ ਦੀ ਸ਼ੁਰੂਆਤ ਹੈ, ਸਿਆਟਲ ਤੋਂ ਕਰ ਰਹੇ ਹਾਂ। ਸੋ 30 ਨੂੰ ਇੱਥੋਂ ਚੱਲ ਕੇ ਉੱਥੋਂ ਦੀ 30 ਨੂੰ ਪਹੁੰਚ ਜਾਵਾਂਗੇ ਜਾਂ 31 ਨੂੰ ਪਹੁੰਚ ਜਾਵਾਂਗੇ, ਤਾਂ 1-2 ਦਿਨ ਦੀਆਂ ਉੱਥੇ ਜਾ ਕੇ ਕੋਈ ਪ੍ਰੈਸ ਕਾਨਫਰੰਸਾਂ ਹੋ ਜਾਣਗੀਆਂ, ਤੇ 3 ਤੋਂ ਆਪਾਂ ਸ਼ੁਰੂ ਕਰਾਂਗੇ। ਸੋ 3 ਤੋਂ ਲੈ ਕੇ ਫਿਰ ਅਪ੍ਰੈਲ ਸਾਰਾ ਇਹ ਜਿਹੜਾ ਬਾਲੀਵੁੱਡ ਇਵੈਂਟਸ ਜਿਹੜੀ ਕੰਪਨੀ ਆ ਬਾਈ ਬਿਕਰਮਜੀਤ ਹੋਰਾਂ ਦੀ, ਉਸ ਕੰਪਨੀ ਦੇ ਲੋਗੋ ਦੇ ਹੇਠ ਸਾਰੇ ਸ਼ੋਅਜ਼ ਹੋਣੇ। ਤੇ ਬਾਕੀ ਉੱਥੋਂ ਦੇ ਸਾਰੇ ਲੋਕਲ ਪ੍ਰਮੋਟਰਸ ਜਿਹੜੇ ਵੱਖ-ਵੱਖ ਸ਼ਹਿਰਾਂ ਦੇ, ਜਿਨ੍ਹਾਂ ਮੇਰੇ ਭਰਾਵਾਂ ਨੇ ਇਹ ਸਾਰੇ ਸ਼ੋਅ ਲਏ ਨੇ, ਉਹਨਾਂ ਭਰਾਵਾਂ ਤੱਕ ਵੀ ਅਸੀਂ ਆਪਣਾ ਪਿਆਰ ਸਤਿਕਾਰ ਪਹੁੰਚਦਾ ਕਰਦੇ ਹਾਂ। ਔਰ ਜਿੰਨੇ ਸਾਡੇ ਪਰਿਵਾਰ ਅਮਰੀਕਾ ਦੇ ਵਿੱਚ ਬੈਠੇ ਆ, ਉਹਨਾਂ ਸਾਰਿਆਂ ਨੂੰ ਅਸੀਂ ਇਹਨਾਂ ਚੈਨਲਾਂ ਦੇ ਮਾਧਿਅਮ ਰਾਹੀਂ ਅਸੀਂ ਇਹ ਜ਼ਰੂਰ ਬੇਨਤੀ ਕਰਦੇ ਹਾਂ ਕਿ ਜ਼ਰੂਰ ਪਹੁੰਚੋ ਤੁਸੀਂ ਸਾਰੇ, ਆਪਾਂ ਮਿਲ ਕੇ ਉਸ ਮਹਾਰਾਜ ਦੇ ਸੋਹਲੇ ਗਾਵਾਂਗੇ ਔਰ ਸੋਹਣੇ ਮੁਲਕ ਪੰਜਾਬ ਦੀਆਂ ਗੱਲਾਂ ਕਰਾਂਗੇ। ਤੇ ਆਇਓ ਤੁਸੀਂ ਸਾਰੇ, ਅਸੀਂ ਇੰਤਜ਼ਾਰ ਕਰਾਂਗੇ ਤੁਹਾਡਾ। ਤੇ ਬਾਕੀ ਇਹ ਹੈ ਕਿ ਨਾਲ ਹੀ ਹੁਣ ਕੈਨੇਡਾ ਦਾ ਟੂਰ ਵੀ ਹੈ, ਮੈਂ ਉਹਦਾ ਵੇਰਵਾ ਵੀ ਵਿੱਚ ਪਾ ਦਿਆਂ, ਕਿਉਂਕਿ ਅਮਰੀਕਾ ਦੇ ਚੱਲਦੇ ਹੀ ਫਿਰ ਅਸੀਂ ਅਪ੍ਰੈਲ ਦੇ ਲਾਸਟ ਦੇ ਵਿੱਚ ਕੈਨੇਡਾ ਪਹੁੰਚ ਜਾਵਾਂਗੇ, ਔਰ ਉੱਥੇ ਫਿਰ 30 ਅਪ੍ਰੈਲ ਤੋਂ ਸ਼ੁਰੂ ਕਰਾਂਗੇ ਅਸੀਂ ਕੈਨੇਡਾ ਦਾ ਟੂਰ। ਤੇ ਉੱਥੋਂ ਦੇ ਜਿਹੜੇ 10-11 ਸ਼ੋਅ ਕਰਕੇ ਅਸੀਂ ਵਾਪਸ ਫੇਰ ਮੇਜਰ ਬਾਈ ਫਿਰ ਅਮਰੀਕਾ ਜਾਵਾਂਗੇ। ਜਿਹੜੇ ਸ਼ੋਅ ਬਾਈ ਬਿਕਰਮਜੀਤ ਹੋਰਾਂ ਦੇ ਰਹਿ ਜਾਣਗੇ ਉਹ ਅਸੀਂ ਉਸ ਤੋਂ ਬਾਅਦ ਫਿਰ ਜਾ ਕੇ ਭਾਵੇਂ ਹਫ਼ਤਾ ਲੱਗੇ, 2 ਹਫ਼ਤੇ ਲੱਗਣ, 3 ਹਫ਼ਤੇ ਲੱਗਣ, ਉਹ ਸਾਰਾ ਫਿਰ ਕਰਕੇ ਤੇ ਸਾਰੇ ਪ੍ਰੋਗਰਾਮ ਕਰਕੇ ਫਿਰ ਅਸੀਂ ਮੰਨ ਕੇ ਚੱਲੋ ਕਿ ਜੂਨ ਦੇ ਵਿੱਚ ਮਹਾਰਾਜ ਸੁੱਖ ਰੱਖੇ ਇੰਡੀਆ ਵਾਪਸ ਆਵਾਂਗੇ। ਸੋ ਇਹ ਸਾਰੀ
ਰੂਪਰੇਖਾ ਹੈ ਤੇ ਸਕੈਜੂਅਲ ਸਾਰਾ ਜਿਹੜਾ ਸੋਸ਼ਲ ਸਾਈਟਾਂ ਤੇ ਜਾਂ ਤੁਹਾਡੇ ਚੈਨਲਾਂ ਦੇ ਥਰੂ ਸਾਰਾ ਮੇਰੇ ਖਿਆਲ 'ਚ ਐਡਵਰਟਾਈਜ਼ਮੈਂਟ ਸ਼ੁਰੂ ਹੋ ਗਈ ਹੈ। ਬਾਕੀ ਜਿੱਥੇ ਨਹੀਂ ਵੀ ਸ਼ੁਰੂ ਹੋਈ ਉਹ ਆ 1-2 ਦਿਨਾਂ ਦੇ ਵਿੱਚ ਸ਼ੁਰੂ ਹੋ ਜਾਣੀ ਹੈ। ਸੋ ਇਹ ਮੋਟਾ ਜਿਹਾ ਖਰੜਾ ਹੈ ਇਹਨਾਂ ਟੂਰਾਂ ਦਾ। ਬਾਕੀ ਤੁਹਾਡੇ ਕੋਈ ਮਨ 'ਚ ਸਵਾਲ ਹੈ ਮੇਰੇ ਭਰਾਵਾਂ ਲਈ ਤੇ ਉਹ ਤੁਸੀਂ ਜ਼ਰੂਰ ਪੁੱਛ ਸਕਦੇ ਹੋ। ਜੀ ਬਾਈ ਬਹੁਤ ਪੋਜ਼ਿਟਿਵ ਹੈ ਬਾਈ, ਬਹੁਤ ਅੱਛੀ ਗੱਲ ਹੈ। ਸਰਕਾਰਾਂ ਆਉਣੀਆਂ ਚਾਹੀਦੀਆਂ, ਸਰਕਾਰਾਂ ਆਉਣੀਆਂ ਚਾਹੀਦੀਆਂ, ਬਦਲ ਵੀ ਆਉਣਾ ਚਾਹੀਦਾ। ਮੇਰੇ ਖਿਆਲ 'ਚ ਕਿਸੇ ਚੀਜ਼ ਦੀ ਕੰਟੀਨਿਊਟੀ ਦਾ ਸਿਮਰਨ ਤੋਂ ਬਿਨਾਂ ਮੇਰੇ ਖਿਆਲ 'ਚ ਕੋਈ ਵੀ ਮੈਨੂੰ ਨਹੀਂ ਲੱਗਦਾ ਕਿਸੇ ਦੀ ਮੈਂ ਦਾਅਵੇਦਾਰੀ ਕਰ ਸਕਦਾ। ਇੱਕ ਮਹਾਰਾਜ ਦਾ ਨਾਂ ਹੀ ਹੈ ਜਿਹਦੀ ਕੰਟੀਨਿਊਟੀ ਜਿੰਨੀ ਲਗਾਤਾਰਤਾ ਬਣਦੀ ਰਹੇ ਔਰ ਜਿੰਨੀ ਸਟੇਬਲ ਲੰਬੇ ਸਮੇਂ ਤੱਕ ਚੱਲੀ ਜਾਵੇ ਉਹ ਵੀ ਹੈ ਜਿਹੜੀ ਤੁਹਾਨੂੰ ਮਾਲਕ ਤੱਕ ਪਹੁੰਚਾ ਦਿੰਦੀ ਹੈ। ਬਾਕੀ ਜਦੋਂ ਅਸੀਂ ਸੋਸ਼ਲ ਪੁਆਇੰਟ ਆਫ ਵਿਊ ਤੋਂ ਦੇਖਦੇ ਹਾਂ ਮੈਨੂੰ ਲੱਗਦਾ ਕਿ ਬਦਲਾਅ ਬਹੁਤ ਜ਼ਰੂਰੀ ਹੁੰਦੇ ਆ, ਸ਼ਰਤੇ ਕਿ ਫਰਜ਼ਾਂ ਤੋਂ ਬਾਗੀ ਨਾ ਹੋਈ। ਸੋ ਇਸ ਸਰਕਾਰ ਦਾ ਮੈਨੂੰ ਇਕੱਲੇ ਨੂੰ ਨਹੀਂ ਸਮੁੱਚੇ ਪੰਜਾਬ ਨੂੰ ਇਸ ਮੁਲਕ ਨੂੰ ਚਾਅ ਹੈ ਤੇ ਅਰਦਾਸ ਕਰਨ ਵਾਲੇ ਲੋਕ ਆਪਾਂ ਸਾਰੇ ਜਿਹੜੇ ਚੈਨਲਾਂ ਰਾਹੀਂ ਪਰਿਵਾਰ ਸੁਣ ਵੀ ਰਹੇ ਆ ਜਾਂ ਸਾਡੇ ਵੱਡੇ ਬੈਠੇ ਆ, ਆਪਾਂ ਸਾਰੇ ਹੀ ਉਸ ਮਹਾਰਾਜ ਨੂੰ ਅਰਦਾਸ ਕਰਨ ਵਾਲੇ ਹਾਂ। ਸਰਕਾਰ ਕਿਸੇ ਦੀ ਵੀ ਬਣਦੀ ਆਪਾਂ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਅਰਦਾਸ ਹੀ ਕਰਨੀ ਸੀ। ਸੋ ਬਾਈ ਭਗਵੰਤ ਹੋਰਾਂ ਲਈ ਵੀ ਅਸੀਂ ਅਰਦਾਸ ਕਰਦੇ ਹਾਂ, ਉਹਨਾਂ ਦੀ ਸਮੁੱਚੀ ਕੈਬਨਿਟ ਦੇ ਲਈ, ਉਹਨਾਂ ਦੇ MLAs ਦੇ ਲਈ ਕਿ ਬਹੁਤ ਸੋਹਣਾ ਕੰਮ ਹੋਵੇ। 5 ਸਾਲ ਦਿੱਤੇ ਆ ਮਹਾਰਾਜ ਨੇ ਉਹਨਾਂ ਨੂੰ ਤਖਤ ਬਖਸ਼ੇ, ਇਹਨਾਂ 5 ਸਾਲਾਂ 'ਚ ਬਹੁਤ ਸੋਹਣੇ ਕੰਮ ਹੋਣ। ਜਿੱਥੇ ਜਿੱਥੇ ਅਸੀਂ ਪਛੜੇ ਹੋਏ ਹਾਂ ਉੱਥੋਂ ਨਾਲ ਰਲ ਜਾਈਏ। ਅਤੇ ਬਾਕੀ ਇੱਕ ਬੜੀ ਖਾਸ ਗੱਲ ਲੱਗ ਰਹੀ ਹੈ ਇਸ ਵੇਲੇ ਕਿ ਜੇ ਸਾਰਾ ਪੰਜਾਬ ਇਸ ਗੱਲ ਨੂੰ ਲੈ ਕੇ ਚੜ੍ਹਦੀ ਕਲਾ 'ਚ ਪੋਜ਼ਿਟਿਵ ਹੈ, ਆਵਾਮ ਦੇ ਲਈ, ਲੋਕਾਂ ਦੇ ਲਈ, ਜਿਨ੍ਹਾਂ 'ਚ ਮੈਂ ਵੀ ਆਉਣਾ, ਜਿਨ੍ਹਾਂ 'ਚ ਆਪਾਂ ਸਾਰੇ ਆਉਣੇ, ਉਹਨਾਂ ਲਈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਹ ਨਾ ਹੋਵੇ ਕਿ 5 ਸਾਲਾਂ ਬਾਅਦ ਵੀ ਅਸੀਂ 2 ਧਿਰਾਂ ਬਣ ਕੇ ਖੜ੍ਹੇ ਰਹੀਏ ਜੋ ਅਸੀਂ ਅਕਸਰ ਬਣੇ ਰਹਿੰਦੇ ਹਾਂ ਕਿ ਸਰਕਾਰ ਇੱਕ ਥੜੇ 'ਤੇ ਖੜ੍ਹੀ ਹੁੰਦੀ ਹੈ, ਆਵਾਮ ਇੱਕ ਥੜੇ 'ਤੇ ਖੜ੍ਹਾ ਹੁੰਦਾ। ਲੱਗਦਾ ਕਿ ਕਾਫਲਾ ਬਣੇ। ਜੇ ਜੋ ਅੱਜ ਕੱਲ੍ਹ ਹਰ ਇੱਕ ਜ਼ੁਬਾਨ 'ਚੋਂ ਗੱਲ ਨਿਕਲ ਰਹੀ ਹੈ ਕਿ ਪੰਜਾਬ ਦੇ ਭਲੇ ਦਿਨ ਆਉਣਗੇ, ਪੰਜਾਬ ਫਿਰ ਧਰਮ ਦੇ ਮਸਲੇ 'ਚ ਬਹੁਤ ਸੋਹਣਾ ਹੋ ਜਾਊਗਾ, ਪੰਜਾਬ ਦੀ ਪੋਲੀਟਿਕਸ ਬਹੁਤ ਸੋਹਣੀ ਹੋ ਜਾਊਗੀ, ਅਸੀਂ ਇਕੋਨਮੀ ਦੇ ਲੈਵਲ 'ਤੇ ਵੀ ਆ ਕੇ ਥੋੜ੍ਹਾ ਬਹੁਤਾ ਅੱਗੇ ਅਸੀਂ ਇਸ ਚੀਜ਼ 'ਚ ਰਾਈਜ਼ ਕਰਾਂਗੇ। ਸੋ ਜੇ ਆ ਕੇ ਮਹਾਰਾਜ ਸੁੱਖ ਰੱਖੇ ਕੋਈ 5-7-10 ਸਾਲਾਂ 'ਚ ਅਸੀਂ ਕੋਈ ਠੰਡੀ ਛਾਂ ਲਈਏ ਤਾਂ ਫਿਰ ਸਾਰੇ ਪੰਜਾਬੀ ਇੱਕ ਬੋਰਡ ਦੀ ਛਾਂ ਥੱਲੇ ਹੋਈ ਹੈ। ਸੋ ਉਹ ਬਹੁਤ ਜ਼ਰੂਰੀ ਗੱਲ ਹੈ। ਉੱਥੇ ਪਰਸਨਲੀ ਇਸ ਮੁਲਕ ਦਾ ਨਾਗਰਿਕ ਹੋਣ ਦੇ ਨਾਤੇ, ਵੋਟਰ ਹੋਣ ਦੇ ਨਾਤੇ ਮੇਰੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਜਿਹੜੀਆਂ ਚੀਜ਼ਾਂ ਮੇਰੇ ਕਰਨ ਵਾਲੀਆਂ ਨੇ ਉਹ ਮੈਂ ਜ਼ਰੂਰ ਕਰਾਂ। ਜਿਸ ਵਿੱਚ ਇਹ ਵੀ ਸ਼ਾਮਿਲ ਹੈ ਤੁਸੀਂ ਹੁਣ ਫੋਰਨ ਟੂਰ ਤੇ ਜਾ ਰਹੇ ਹੋ, ਕੈਨੇਡਾ ਅਮਰੀਕਾ ਟੂਰ ਤੇ ਜਾ ਰਹੇ ਹੋ, 2 ਮਹੀਨੇ ਤੁਸੀਂ ਉੱਥੇ ਰਹੋਗੇ ਜੀ ਬਾਈ। ਔਰ ਮੈਕਸਿਮਮ NRI ਜਿਹੜੇ ਹੈਗੇ ਆ ਤੁਹਾਡੇ ਸ਼ੋਅ 'ਚ ਆਉਣਗੇ ਤੇ ਸਾਨੂੰ NRIs ਦੀ ਬੜੀ ਲੋੜ ਹੈ ਕਿਉਂਕਿ ਸਾਡੀ ਮਾਲੀ ਹਾਲਤ ਜਿਹੜੀ ਹੈ ਬਹੁਤ ਜ਼ਿਆਦਾ ਖਰਾਬ ਹੈ ਤੇ ਅਸੀਂ ਇਸ ਸਮੇਂ 3 ਲੱਖ ਕਰੋੜ ਦੇ ਕਰਜ਼ੇ ਹੇਠ ਹੈ ਤੇ ਅਸੀਂ ਕੋਈ ਵੀ ਲੋਕਾਂ ਦਾ ਕੰਮ ਕਰਨ ਦੀ ਸਥਿਤੀ ਵਿੱਚ ਨਹੀਂ ਹੈ, ਲੋਕਾਂ ਦਾ ਭਲਾ ਕਰਨ ਦੀ ਸਥਿਤੀ ਵਿੱਚ ਨਹੀਂ ਹੈ ਕਿਉਂਕਿ ਮਾਲੀ ਹਾਲਤ ਸਾਡੀ ਇੰਨੀ ਖਰਾਬ ਹੈ। ਜਦ NRI ਸਾਡੇ ਸਟੇਟ ਦੀ ਹੈਲਪ ਕਰਨ, ਇੱਧਰ ਮਾੜਾ ਮੋਟਾ ਵੀ ਜਦ ਮੂੰਹ ਕਰ ਲੈਣ ਤਾਂ ਸਾਨੂੰ ਬੜਾ ਫਾਇਦਾ ਮਿਲ ਸਕਦਾ ਜਾਂ ਸਾਨੂੰ ਬੜਾ ਪੁਸ਼ ਮਿਲ ਸਕਦੀ ਹੈ, ਅਸੀਂ ਅੱਗੇ ਵੱਧ ਸਕਦੇ ਹਾਂ। ਤੇ ਤੁਸੀਂ ਕੋਈ ਇਹੋ ਜਿਹੀ ਅਪੀਲ ਆਪਣੇ ਸ਼ੋਅ 'ਚ ਜਾ ਕੇ NRIs ਦੇ ਸਾਹਮਣੇ ਕਰੋਗੇ ਜਿਸ ਕਰਕੇ ਪੰਜਾਬ ਦੇ ਲੋਕਾਂ ਦਾ ਕੁਝ ਭਲਾ ਹੋ ਸਕੇ? ਦੇਖੋ ਵੱਡੇ ਬਾਈ, ਜਿਹੜਾ ਮਹਾਰਾਜ ਨੇ ਮੈਨੂੰ ਖਾੜਾ ਬਖਸ਼ਿਆ ਨਾ, ਉਹ ਜਿਹੜੇ 3 ਘੰਟੇ ਬਖਸ਼ੇ ਉਹ ਮੇਰੇ ਖਿਆਲ 'ਚ ਸਾਰੇ ਇਹਨਾਂ ਫਲਸਫਿਆਂ ਦੀ ਕੋਲੈਬੋਰੇਸ਼ਨ ਹੀ ਆ। ਉਹਦੇ 'ਚ ਇਕੱਲੇ ਨਰੋਲ ਗਾਣੇ ਨਹੀਂ ਹੈ, ਮਹਾਰਾਜ ਮੈਥੋਂ ਗੱਲਾਂ ਵੀ ਕਰਵਾਉਂਦੇ ਆ ਔਰ ਗੱਲਾਂ ਉਹ ਸਾਰੀਆਂ ਹੀ ਹੁੰਦੀਆਂ। ਮੈਨੂੰ ਲੱਗਦਾ ਕੋਈ ਫੀਲਡ ਰਹਿ ਜਾਂਦਾ। ਅਤੇ ਬਾਕੀ ਜਿੱਥੋਂ ਤੱਕ ਸਾਡੇ NRI ਪਰਿਵਾਰਾਂ ਦੇ ਪੰਜਾਬ ਨਾਲ ਖੜ੍ਹਨ ਦੀ ਗੱਲ ਹੈ, ਆਪਣੇ ਸਾਰਿਆਂ ਦੇ ਸਾਹਮਣੇ ਅਸੀਂ ਪਹਿਲਾਂ ਸੁਣਦੇ ਹੁੰਦੇ ਸੀ, ਆਪਾਂ ਕੋਈ ਆਪਣੀਆਂ ਕੋਈ ਬਾਹਲੀਆਂ ਵੱਡੀਆਂ ਉਮਰਾਂ ਨਹੀਂ ਹਜੇ, ਅਸੀਂ ਸੁਣਦੇ ਹੁੰਦੇ ਸੀ ਆਪਦੇ ਬਜ਼ੁਰਗਾਂ ਤੋਂ ਕਿ ਯਾਰ ਕਿ ਜਿਹੜੇ ਬਾਹਰਲੇ ਮੁਲਕਾਂ 'ਚ ਸਾਡੇ ਪਰਿਵਾਰ ਰਹਿੰਦੇ ਆ ਕਿ ਉਹ ਹਮੇਸ਼ਾ ਪੰਜਾਬ ਦੇ ਨਾਲ ਦੁੱਖ ਸੁੱਖ 'ਚ ਖੜ੍ਹਦੇ ਆ। ਪੰਜਾਬ ਨਾਲ ਕੀ ਦੁਨੀਆ ਭਰ ਦੇ ਵਿੱਚ ਕਿਤੇ ਵੀ ਖਾਲਸਾ ਏਡ ਸੰਸਥਾ ਚੇਤੇ ਆ ਰਹੀ ਹੈ ਮੇਰੇ ਹੁਣ, ਉਹ ਆਪਣੇ ਪਰਿਵਾਰਾਂ ਦੀ ਇੱਕ ਕੋਲੈਬੋਰੇਸ਼ਨ ਹੈ, ਉਹਨਾਂ ਦੀ ਇੱਕ ਸੰਸਥਾ ਹੈ। ਤਾਂ ਜਿੱਦਾਂ ਪ੍ਰੋਟੈਸਟ ਦੇ ਵਿੱਚ ਆਪਾਂ ਸਾਰਿਆਂ ਨੇ ਮਹਿਸੂਸ ਕੀਤਾ ਹੈ ਪਰਸਨਲੀ ਕਿ ਉਹ ਭਾਵੇਂ ਇਕੋਨਮੀ ਦੇ ਲੈਵਲ 'ਤੇ ਸੀ ਤਾਂ ਬਹੁਤ ਪੈਸਾ ਉਹਨਾਂ ਪਰਿਵਾਰਾਂ ਨੇ, ਭਾਵੇਂ ਉਹ ਕੈਨੇਡਾ 'ਚ ਬੈਠੇ ਆ, ਭਾਵੇਂ ਅਮਰੀਕਾ ਬੈਠੇ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ, ਕਿਸੇ ਵੀ ਕੰਟਰੀ 'ਚ ਬੈਠੇ ਆ, ਉਹ ਲੋਕ ਮਸ਼ੀਨਾਂ ਬਣ ਕੇ ਕੰਮ ਕੀਤਾ ਉਹਨਾਂ ਨੇ ਅਤੇ ਬਹੁਤ ਪੈਸਾ, ਜਾਣੀ ਮੈਂ ਗਵਾਹ ਹੈ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਪੈਸਾ ਆਇਆ ਉੱਥੇ, ਕਿਵੇਂ ਲੰਗਰਾਂ 'ਚ ਉਹਨਾਂ ਨੇ ਕੰਟਰੀਬਿਊਟ ਕੀਤਾ, ਕਿਵੇਂ ਉੱਥੇ ਘੰਟਿਆਂ ਬੰਦੀ ਟੈਂਟ ਲੱਗ ਜਾਂਦੇ ਸੀ, ਕਿਵੇਂ ਘੰਟਿਆਂ ਬੰਦੀ ਕੋਈ ਗਰਮੀ 'ਚ ਕੋਈ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀ, ਠੰਡ ਲੱਗਦੀ ਸੀ, ਕੰਬਲ ਆ ਜਾਂਦੇ ਸੀ, ਤਾਂ ਬਹੁਤ ਕੁਛ ਸੀ। ਸੋ ਇਹ ਜਿਹੜੀਆਂ ਘਟਨਾਵਾਂ ਨੇ ਜਾਂ ਜਿਹੜੇ ਮੂਵਮੈਂਟ ਨੇ ਇਹ ਮੋਹਰ ਲਾ ਦਿੰਦੇ ਆ ਕਿ ਸਾਨੂੰ ਪੋਜ਼ੀਟਿਵ ਹੋਣ ਦੇ ਲਈ। ਸੋ ਬਸ਼ਰਤੇ ਕਿ ਇੱਕ ਸਾਰਿਆਂ ਦਾ ਉਹ ਭਾਈਚਾਰਾ ਬਣਿਆ ਰਹੇ। ਮੈਨੂੰ ਤਾਂ ਐਂ ਲੱਗਦਾ ਕਿ ਉਹ ਬਾਈ ਭਗਵੰਤ ਹੋਰਾਂ ਨੂੰ, ਸਾਡੇ CM ਸਾਹਿਬ ਨੂੰ ਆਪ ਬੁਲਾਉਣਗੇ, ਉੱਥੇ ਗੋਸ਼ਟੀਆਂ ਹੋਣਗੀਆਂ ਕਿ ਜੇ ਲੱਗਦਾ ਹੈ ਕਿ ਸੋਹਣੇ ਹੱਥਾਰਾਂ ਹੀ ਪੈਸਾ ਕਿਤੇ ਪੰਜਾਬ 'ਚ ਲੱਗ ਰਿਹਾ
ਇਮਾਨਦਾਰ ਹੱਥਾਂ ਰਾਹੀਂ ਪੈਸਾ ਕਿਤੇ ਪੰਜਾਬ 'ਚ ਲੱਗ ਰਿਹਾ ਤਾਂ ਉਹ ਪਿੱਛੇ ਨਹੀਂ ਹਟਣਗੇ ਬਾਈ ਜੀ। ਤੇ ਬਾਕੀ ਰਹੀ ਮੇਰੇ ਵਾਲੀਆਂ ਸਟੇਜਾਂ ਦੀ ਗੱਲ, ਤਾਂ ਜਿੱਦਾਂ ਮੈਂ ਤੁਹਾਡੇ ਤੇ ਮਾਣ ਕਰਦਾ ਔਰ ਤੁਹਾਡੇ ਤੇ ਆਪਣਾ ਹੱਕ ਵੀ ਸਮਝਦਾ ਕਿ ਅਸੀਂ ਸਭ ਇੱਕ ਹੈ, ਉੱਦਾਂ ਹੀ ਮੇਰੇ ਲਈ ਉਹ ਪਰਿਵਾਰ ਨੇ, ਕਿਉਂਕਿ ਸਭ ਆਪਾਂ ਬਾਬੇ ਨਾਨਕ ਦੇ ਧੀਆਂ ਪੁੱਤ ਹਾਂ। ਆਪਾਂ ਕਿਸੇ ਵੀ ਧਰਮ ਦੇ ਆ, ਕਿਸੇ ਵੀ ਭਾਈਚਾਰੇ ਦੇ ਆ, ਆਪਾਂ ਸਾਰੀ ਫਿਲਾਸਫੀ ਨੂੰ ਸਮਝਦੇ ਹਾਂ ਕਿ ਅਸੀਂ ਇੱਕ ਦੇ ਬੱਚੇ ਹਾਂ। ਸੋ ਉਸੇ ਹੱਕ ਨਾਲ, ਉਸੇ ਮਾਣ ਨਾਲ ਅਸੀਂ ਉਹਨਾਂ ਪਰਿਵਾਰਾਂ 'ਚ ਵੀ ਜਦੋਂ ਉੱਥੇ ਤਾਂ ਸਗਾਂ ਦੀ ਹੋਰ ਸੋਹਣਾ ਹੋ ਜਾਊਗਾ, ਨਾਲ ਸਾਜ਼ ਵੀ ਵੱਜਦੇ ਹੋਣਗੇ, ਅਸਰ ਦੁੱਗਣਾ ਹੋ ਜਾਂਦਾ ਹੈ। ਜਦੋਂ ਸ਼ਬਦ ਔਰ ਸੁਰਤ ਦੋਨੇ ਰਲ ਕੇ ਖੇਡਦੇ ਆ ਤਾਂ ਫਕੀਰ ਕਹਿੰਦੇ ਆ ਕਿੰਗਰੀ ਵੱਜਦੀ ਹੈ, ਔਰ ਉਸ ਕਿੰਗਰੀ ਦੇ ਔਰੇ ਤੋਂ ਫਿਰ ਕੋਈ ਨਹੀਂ ਬਚਦਾ। ਤਾਂ ਉਹਦੇ 'ਚ ਨੇਕੀਆਂ ਹੀ ਨੇਕੀਆਂ ਨੇ, ਉਹ 'ਚ ਬੜੀ ਵੱਡੀ ਦਰਿਆਦਿਲੀ ਹੁੰਦੀ ਹੈ, ਸਭ ਕੁਝ ਬਹੁਤ ਚੜ੍ਹਦੀ ਕਲਾ 'ਚ ਹੁੰਦਾ ਹੈ। ਸੋ ਬਾਈ ਜੀ ਬਹੁਤ ਖੁੱਲ੍ਹੇ ਤਰੀਕੇ ਨਾਲ ਗੱਲਾਂ ਕਰਾਂਗੇ। ਇੱਕ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਨੌਜਵਾਨਾਂ ਨੂੰ ਲਾਮਬੰਦ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ, ਉਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਜਿਹੜੀ ਕਿਸਾਨੀ ਅੰਦੋਲਨ ਜਦੋਂ ਸਮਾਪਤ ਹੋਇਆ ਤਾਂ ਉਹਨਾਂ ਨੇ ਕਿਹਾ ਵੀ MSP ਦੀ ਜਿਹੜੀ ਜੰਗ ਹਾਲੇ ਬਾਕੀ ਹੈ ਜੀ, ਉਹਦੇ ਲਈ ਵੀ ਤੁਹਾਨੂੰ ਲਾਮਬੰਦ ਕਰਨਾ ਪੈਣਾ, ਉਹ ਹਾਲੇ ਜ਼ਿੰਮੇਵਾਰੀ ਤੁਹਾਡੀ ਪੈਂਡਿੰਗ ਪਈ ਹੈ। ਹਾਂ ਦੇਖੋ ਬਾਈ, ਜ਼ਰੂਰ ਜਿੱਥੇ ਜਿੱਥੇ ਵੀ ਮੈਨੂੰ ਲੱਗਦਾ ਕਿ ਕਲਾ ਦੇ ਮਾਧਿਅਮ ਤੋਂ ਜਾਂ ਕੋਈ ਫਿਜ਼ੀਕਲ ਅਪੀਅਰੈਂਸ ਦੇ ਪੁਆਇੰਟ ਆਫ ਵਿਊ ਤੋਂ ਮੇਰੀ ਜ਼ਰੂਰਤ ਜਿੱਥੇ ਵੀ ਹੈਗੀ ਹੈ, ਜਾਂ ਮੇਰੇ ਵਰਗੇ ਹੋਰ ਬਹੁਤ ਸਾਰੇ ਸੱਜਣਾਂ ਦੀ ਜ਼ਰੂਰਤ ਹੈ, ਤਾਂ ਖੜਨਾ ਹੀ ਖੜਨਾ। ਹੁਣ ਇੱਕ ਗੱਲ ਜ਼ਰੂਰ ਯਾਰ ਬਾਈ ਸਮਝ ਆ ਗਈ ਕਿ ਮੰਨ ਵੀ ਗਿਆ, ਬਹੁਤ ਆਨੈਸਟਲੀ ਹੈ, ਕੋਈ ਤੁਰਦੀ ਫਿਰਦੀ ਗੱਲ ਨਹੀਂ ਹੈ। ਇਸ ਗੱਲ ਨੇ ਅੰਦੋਲਨ ਨੇ ਦਿਖਾਤਾ ਕਿ ਉਹ ਕਲਾ ਕਿਸੇ ਕੰਮ ਦੀ ਨਹੀਂ ਹੈ ਜਿਹੜੀ ਸਾਡੇ ਲੋਕਾਂ ਦੇ ਕੰਮ ਦੀ ਨਹੀਂ ਹੈ, ਹੈ ਨਾ। ਇੱਕ ਗਰੇਵਾਲ ਸਾਹਿਬ ਜੀ ਬਾਈ, ਕਿਸਾਨੀ ਅੰਦੋਲਨ ਦੇ ਦੌਰਾਨ ਚ ਇਲੈਕਸ਼ਨ ਦੀ ਜਿਹੜੀ ਗੱਲ ਕਾਫੀ ਚੱਲਦੀ ਕਿ ਸਾਨੂੰ ਇਲੈਕਸ਼ਨ ਲੜਨੇ ਚਾਹੀਦੇ ਆ, ਸੱਤਾ 'ਚ ਆਉਣਾ ਚਾਹੀਦਾ, ਤੇ ਸੱਤਾ 'ਚ ਆਉਣ ਤੋਂ ਜਦੋਂ ਇਲੈਕਸ਼ਨ ਹੋਇਆ ਤਾਂ ਕਿਸਾਨੀ ਜਿਹੜਾ ਸੰਯੁਕਤ ਸਮਾਜ ਮੋਰਚਾ ਹੈ ਉਹ ਬੁਰੀ ਤਰ੍ਹਾਂ ਨਾਲ ਹਾਰਿਆ। ਤਾਂ ਫਿਰ ਇਹਦੇ ਕੀ ਕਾਰਨ ਹੈ? ਸਿੱਧੀ ਜੀ ਗੱਲ ਕਰੀਏ ਬਾਈ, ਇੱਕ ਪਰਿਵਾਰ ਹੁੰਦਾ ਹੈ, ਜਦੋਂ ਪਰਿਵਾਰ ਸਾਰੇ ਦੀ ਸਹਿਮਤੀ ਨਾ ਬਣੇ ਤਾਂ ਮੈਨੂੰ ਲੱਗਦਾ ਉਹ ਕੋਈ ਸੋਹਣੀ ਗੱਲ ਨਹੀਂ, ਹੈ ਨਾ। ਅਸੀਂ ਪੰਜਾਬੀਆਂ ਨੇ ਬਹੁਤ ਵੱਡੇ ਦਿਲ ਕਰਕੇ ਬੱਤੀਆਂ ਨੂੰ ਇੱਕ ਦੇਖਿਆ ਸਵਾ ਸਾਲ, ਹੈ ਨਾ। ਬਹੁਤ ਸਾਰੀਆਂ ਖਟਪਿੱਠੀਆਂ ਗੱਲਾਂ ਸੀ, ਨਾ ਥੋਥੋਂ ਲੁਕੀਆਂ ਨਾ ਮੈਥੋਂ ਲੁਕੀਆਂ, ਹੈ ਨਾ। ਸਾਨੂੰ ਸਭ ਨੂੰ ਪਤਾ ਸੀ ਕਿ ਕੀ ਇਤਰਾਜ਼ ਚੜ੍ਹਾਅ ਅੰਦੋਲਨ ਦੇ ਟਾਈਮ ਉੱਥੇ ਵੀ ਆਏ ਆ। ਪਰ ਉਸ ਵੇਲੇ ਇਹ ਸੀ ਕਿ ਜਦੋਂ ਲਾਮਬੰਦ ਸਾਰੀ ਆਪਾਂ ਇੱਕ ਜਗ੍ਹਾ ਤੇ ਹੋਏ ਸੀ, ਇੰਨਾ ਵੱਡਾ ਅੰਦੋਲਨ ਸੀ ਜਿੱਥੇ ਪੂਰੇ ਵਰਲਡ ਨੇ ਵੀ ਉਸ ਚੀਜ਼ ਦਾ ਜੀ ਬਾਈ ਭਰਿਆ ਜੀ, ਤਾਂ ਫਿਰ ਵੀ ਜਦੋਂ ਇਹ ਮੋਰਚਾ ਬਣਿਆ ਇੱਕ ਸੰਯੁਕਤ ਸਮਾਜ ਮੋਰਚਾ, ਪਰ ਦੂਜੇ ਜਥੇਬੰਦੀਆਂ ਨੇ ਉਹਨਾਂ ਦਾ ਸਹਿਯੋਗ ਨਹੀਂ ਕੀਤਾ, ਤਾਂ ਫਿਰ ਵੀ ਜਿਹੜੀ ਹੈ ਇੱਕ ਹਾਰ ਜਾਣਾ ਇਹ ਬਹੁਤ ਵੱਡੀ ਗੱਲ ਸੀਗੀ। ਦੇਖੋ ਸਭ ਤੋਂ ਸਿਰਫ ਹਾਰ ਨਹੀਂ ਜਾਣਾ ਸਭ ਬੜੀ ਮਾੜੀ ਹਾਰ ਹੋਣਾ, ਜਮਾਤਾਂ ਸਭ ਬਹੁਤ ਘੱਟ ਵੋਟਾਂ ਪਈਆਂ ਬਾਈ ਜੀ, ਜਮਾਤਾਂ ਜ਼ਬਤ ਹੋ ਗਈਆਂ, ਜੀ। ਕਿਉਂਕਿ ਰਾਜੇਵਾਲ ਸਾਹਿਬ ਦੀ ਵੀ ਜਮਾਤ ਦੇਖੋ ਬਾਈ, ਹੁਣ ਗੱਲ ਉਹੀ ਹੈ, ਜਦੋਂ ਘਰ 'ਚ ਏਕਾ ਨਹੀਂ ਨਾ, ਇੱਕ ਸੰਯੁਕਤ ਮੋਰਚਾ ਇੱਕ ਘਰ ਹੀ ਆ ਬਾਈ, ਹੈ ਨਾ। ਸਟੇਟਮੈਂਟ ਤਾਂ ਹੈਗੀ ਹੈ ਬਹੁਤ ਵੱਡੀ, ਪਰ ਹੁਣ ਉਹ ਕਿਸੇ ਤੋਂ ਲੁਕੀ ਹੋਈ ਨਹੀਂ ਹੈਗੀ। ਤਾਂ ਸੋਹਣੀ ਗੱਲ ਤਾਂ ਇਹ ਹੋਣੀ ਸੀ ਕਿ ਉਹ 32 ਦੇ 32 ਇੱਕ ਮਾਲਾ ਦੇ ਬਣ ਕੇ ਹੁੰਦੇ, ਔਰ ਬੱਤੀਆਂ ਦੀ ਇੱਕ ਆਵਾਜ਼ ਇੱਕ ਬਣ ਕੇ ਜਦੋਂ ਪੰਜਾਬ 'ਚ ਗੂੰਜਦੀ, ਤਾਂ ਮੈਨੂੰ ਲੱਗਦਾ ਕਿ ਉਸ ਗੱਲ ਦਾ ਇੱਕ ਅਸਰ ਹੋਰ ਰਹਿਣਾ ਸੀ। ਜਦੋਂ ਫਿਰ ਪ੍ਰੈਸ ਕਾਨਫਰੰਸਾਂ ਤੋਂ ਬਾਅਦ ਅਲੱਗ-ਅਲੱਗ ਪ੍ਰੈਸ ਕਾਨਫਰੰਸਾਂ ਹੋਈਆਂ, ਮਾਈਕ ਬਦਲੇ, ਤਾਂ ਸਟੇਟਮੈਂਟਾਂ ਚੇਂਜ ਹੋਈਆਂ, ਤੇ ਕੁਛ ਜਿਹੜੇ ਜਥੇਬੰਦੀਆਂ ਸੀ ਉਹਨਾਂ ਵੱਲੋਂ ਇਲੈਕਸ਼ਨ ਲੜਨ ਲਈ ਹਾਮੀ ਭਰੀ ਗਈ, ਕੁਛ ਵੱਲੋਂ ਨਹੀਂ ਲੜੀ ਗਈ। ਸੋ ਮੇਰੇ ਖਿਆਲ 'ਚ ਉੱਥੇ ਹੀ ਅੱਧ ਰਹਿ ਜਾਂਦਾ ਬਾਈ, ਹੈ ਨਾ। ਸੋ ਤੇ ਇੱਕ ਲਾਸਟ ਬਸ ਇਹੀ ਹੈ ਹਾਂਜੀ। ਤੇ ਜਿਹੜਾ ਕਿ ਹੁਣ MSP ਦਾ ਵੀਰ ਜੀ ਨੇ ਸਵਾਲ ਕੀਤਾ ਜੀ ਕਿ ਉਹਨੂੰ ਲਾਮਬੰਦ ਕਰਨ ਦੀ ਜ਼ਰੂਰਤ ਹੈ, ਜੀ, ਤਾਂ ਜਦੋਂ ਆਪਣੇ ਸਾਡੇ ਇੱਕ ਦੁਖਾਰ ਇੱਕ ਲਾਈਨ ਤੁਸੀਂ ਲੀਹ ਤੋਂ ਪਾਟ ਗਏ ਆ, ਤਾਂ ਉਹਨੂੰ ਲਾਮਬੰਦ ਦੁਬਾਰਾ ਕਰ ਪਾਵਾਂਗੇ ਜੇ ਉਸ ਮੋੜ ਦੇ ਉੱਤੇ ਆ ਕੇ? ਫਿਰ ਦੇਖੋ ਬਾਈ, ਵੱਡੀ ਗੱਲ ਤਾਂ ਉਹਨਾਂ ਟੇਬਲਾਂ 'ਤੇ ਉਹਨਾਂ ਕੁਰਸੀਆਂ 'ਤੇ ਬੈਠ ਕੇ ਜਥੇਬੰਦੀਆਂ ਦੀ ਹੋਣੀ ਹੈ ਬਾਈ, ਹੈ ਨਾ। ਮੈਂ ਪਰਸਨਲੀ, ਮੇਰੇ ਲਈ ਇਹ ਸਵਾਲ ਬਹੁਤ ਵੱਡਾ ਹੈ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਕਿ ਇਹਦੇ ਵਿੱਚ ਤੁਹਾਡੀ ਕੀ ਪਾਰਟਿਸਿਪੇਸ਼ਨ ਰਹੂਗੀ, ਕਿਉਂਕਿ ਹਰ ਇੱਕ ਚੀਜ਼ ਦਾ ਧੁਰਾ ਹੈ। ਕੱਲ੍ਹ ਨੂੰ ਕੋਈ ਪੰਜਾਬੀ ਸੰਗੀਤ ਜਗਤ ਦੇ ਵਿੱਚ ਲੈ ਕੇ ਕੋਈ ਬਹੁਤ ਵੱਡੀ ਕੋਈ ਅਨਾਊਂਸਮੈਂਟ ਹੁੰਦੀ ਹੈ, ਅਨਾਊਂਸਮੈਂਟ ਕਰਨ ਦੇ ਲਈ ਬਜ਼ੁਰਗ ਮੂਹਰੇ ਹੋਣੇ ਚਾਹੀਦੇ ਆ, ਜਿਨ੍ਹਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਇਸ ਇੰਡਸਟਰੀ ਦੇ ਵਿੱਚ, ਜਿਹੜੇ ਗਵਾਈਆਂ ਦੀ ਜਰਨੀ ਵੱਡੀ ਹੈ ਸਾਡੇ ਨਾਲੋਂ, ਜਿਹੜੇ ਸਾਡੇ ਸੀਨੀਅਰ ਨੇ, ਐਕਸਪੀਰੀਅੰਸ ਵੱਡਾ ਹੈ। ਹਾਂ, ਹੋ ਸਕਦਾ ਕਿ ਮਹਾਰਾਜ ਆਉਣ ਵਾਲੇ ਟਾਈਮ 'ਚ ਕੰਮ ਕੋਈ ਕਿਸੇ ਛੋਟੀ ਉਮਰ ਵਾਲੇ ਤੋਂ ਵੀ ਵੱਡਾ ਕਰਵਾ ਲੇ, ਪਰ ਮੈਨੂੰ ਲੱਗਦਾ ਹੁੰਦਾ ਕਿ ਅਖਲਾਕੀ ਸਾਡਾ ਫਰਜ਼ ਬਣਦਾ ਕਿ ਜਿਨ੍ਹਾਂ ਲੋਕਾਂ ਦੇ ਐਕਸਪੀਰੀਅੰਸ ਜ਼ਿਆਦਾ, ਉਸ ਚੀਜ਼ ਨੂੰ ਪੜ੍ਹੇ ਹੋਏ ਆ, ਕਿਤਾਬਾਂ ਪੜ੍ਹੇ ਹੋਏ ਆ। ਹੁਣ ਇਸੇ ਤਰ੍ਹਾਂ ਹੁਣ ਅਸੀਂ ਤਾਂ 6 ਮਹੀਨੇ ਪਹਿਲਾਂ ਉਸ ਚੀਜ਼ ਨੂੰ ਹੰਢਾ ਕੇ ਹਟੇ ਹਾਂ ਕਿ ਜਥੇਬੰਦੀਆਂ ਨੇ ਲੀਡ ਕੀਤਾ। ਪਹਿਲਾ ਫਰਜ਼ ਤਾਂ ਹੁਣ ਉਹਨਾਂ ਜਥੇਬੰਦੀਆਂ ਦਾ ਬਣਦਾ ਕਿ ਉਹ ਇਕੱਠੇ ਹੋ ਕੇ ਬੈਠਣ। ਬਾਕੀ ਇਹ ਚੀਜ਼ ਬਹੁਤ ਵੱਡੀ ਹਾਰ ਹੋਊਗੀ ਕਿ ਜੇ ਅਸੀਂ ਕੋਈ ਮਨਾਂ 'ਚ ਮਿਟਾਪ ਪਾ ਕੇ ਬਹਿ ਜਾਵਾਂਗੇ, ਦਿਲ ਬਹੁਤ ਵੱਡੇ ਕਰਨੇ ਪੈਣਗੇ। ਇਸ ਵੇਲੇ ਇੱਕ ਸੁਨਹਿਰੀ ਯੁੱਗ ਦੇਖਣ ਨੂੰ ਮਿਲ ਰਿਹਾ ਪੰਜਾਬ ਦਾ, ਬਹੁਤ ਪੋਜ਼ੀਟਿਵ ਗੱਲਾਂ ਹੋ ਰਹੀਆਂ ਪੰਜਾਬ ਦੇ ਚੁੱਲ੍ਹਿਆਂ 'ਤੇ ਕਿ ਬਹੁਤ ਕੁਝ ਚੰਗਾ ਹੋ ਸਕਦਾ। ਇਸ ਵੇਲੇ ਮੈਨੂੰ ਲੱਗਦਾ ਕਿ ਕੁਛ ਬਾਉਂਡਰੀਆਂ ਫਿਰ ਸਾਨੂੰ ਟੱਪਣੀਆਂ ਪੈਣਗੀਆਂ। ਉਹ ਬਾਉਂਡਰੀਆਂ ਸਾਡੀ ਈਗੋ ਦੀਆਂ ਹੀ ਹੈ, ਹੈ ਨਾ, ਸਾਡੇ ਹੰਕਾਰ ਦੀਆਂ ਹੀ ਹੈ। ਮੇਰੇ ਕੋਲ ਕੋਈ ਲੁਕੋ ਨਹੀਂ ਹੈ, ਉਹ ਕਿਸੇ ਵੀ ਫੀਲਡ 'ਚ ਹੈ।
ਉਹ ਭਾਵੇਂ ਜਥੇਬੰਦੀਆਂ ਨੂੰ ਲਾ ਲਓ, ਭਾਵੇਂ ਸਾਡੇ ਵਾਲੀ ਫੀਲਡ ਨੂੰ ਲਾ ਲਓ, ਭਾਵੇਂ ਪ੍ਰੈਸ ਨੂੰ ਲਾ ਲਓ, ਭਾਵੇਂ ਪੋਲਿਟਿਕਸ ਨੂੰ ਲਾ ਲਓ, ਭਾਵੇਂ ਧਰਮ ਨੂੰ ਲਾ ਲਓ, ਖਲਿਆਰਾ ਤਾਂ ਪਿਆ ਵਾ ਸਾਰੇ ਪਾਸੇ। ਪਰ ਇੱਥੇ ਮੈਨੂੰ ਲੱਗਦਾ ਹੁਣ ਸਾਨੂੰ ਅੱਖਾਂ ਬੰਦ ਕਰਕੇ ਇੱਕ ਵਾਰੀ ਸੱਚੇ ਪਾਤਸ਼ਾਹ ਨੂੰ ਚੇਤੇ ਕਰਕੇ ਆਪਦੇ ਹੰਕਾਰ ਨੂੰ ਪਾਸੇ ਰੱਖ ਕੇ ਬਾਉਂਡਰੀਆਂ ਟੱਪਣੀਆਂ ਪੈਣਗੀਆਂ। ਆ ਕੇ ਮੁੜ ਜੇ ਕੋਈ ਇੱਕ ਬੰਦਾ ਦੌੜ ਤੇ ਬੈਠਾ, ਇੱਕ ਨੂੰ ਭੁੰਜੇ ਬੈਠਣਾ ਪਊਗਾ ਵੀ ਕੋਈ ਗੱਲ ਨਹੀਂ ਯਾਰ, ਆਪਾਂ ਸਾਰਿਆਂ ਨੇ ਪੰਜਾਬ ਦੇ ਭਲੇ ਦੀ ਗੱਲ ਕਰਨੀ ਹੈ। ਤੇ ਸੋ ਅਸੀਂ ਤਾਂ ਆਸ ਕਰਦੇ ਕਿ ਇਹਨਾਂ ਜਥੇਬੰਦੀਆਂ ਦੀ ਜਿਹੜੀ ਉਹ ਇਕਜੁੱਟਤਾ ਹੈ ਉਹ ਬਣੀ ਰਵੇ। ਕੋਈ ਸਵਾਲ ਹੈਗੇ ਉਹਨਾਂ ਦੇ ਆਪਸ ਦੇ ਵਿੱਚ, ਉਹ ਟੇਬਲ ਤੇ ਬੈਠ ਕੇ ਹੌਲੀ ਆਵਾਜ਼ ਦੇ ਵਿੱਚ ਬਾਬੇ ਨਾਨਕ ਦੀ ਗੋਸ਼ਟੀ ਵਾਂਗੂ ਉਹਨਾਂ ਚੀਜ਼ਾਂ ਦਾ ਹੱਲ ਕਰ ਲੈਣ ਤੇ ਮੁੜ ਮੈਦਾਨ ਦੇ ਵਿੱਚ ਆਉਣ, ਕਿਉਂਕਿ ਮੋਰਚਾ ਹਜੇ ਫਤਿਹ ਤਾਂ ਹੋਇਆ ਹੀ ਨਹੀਂ ਹੈ ਨਾ। ਉਹ ਤਾਂ ਹੁਣ ਤੁਹਾਨੂੰ ਵੀ ਸਭ ਨੂੰ ਪਤਾ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ਠੀਕ ਹੈ ਬਿੱਲ ਰੱਦ ਹੋਏ ਆ, ਵਾਪਸ ਹੋਇਆ, ਪਰ ਹਜੇ ਜਿਵੇਂ MSP ਹੈ, ਜਿਵੇਂ ਸਾਡੇ ਭਰਾ ਨੇ ਮੇਰੇ ਨੇ ਆਖਿਆ ਕਿ ਇਹ ਬਹੁਤ ਵੱਡਾ ਮਸਲਾ ਹੈ। ਸੋ ਜੇ ਲੀਡ ਕਰਨਗੇ ਤਾਂ ਇਹ ਬਹੁਤ ਸੋਹਣਾ ਸ਼ਿੰਗਾਰ ਹੋਊਗਾ ਇਸ ਮੋਰਚੇ ਦਾ। ਤੁਸੀਂ 32 ਜਥੇਬੰਦੀਆਂ ਨੂੰ ਇਕੱਠਾ ਕਰਨ ਦਾ ਰੋਲ ਨਿਭਾਓਗੇ, ਕਿਉਂਕਿ ਤੁਸੀਂ ਲੱਖਾ ਸਿਧਾਣਾ ਜਦੋਂ ਰੁੱਸਿਆ ਸੀਗਾ ਸਟੇਜ ਤੇ ਤੁਸੀਂ ਲੈ ਕੇ ਆਏ ਹੋ ਦੁਬਾਰਾ, ਤੇ ਹੁਣ 32ਵੀਂ ਕਮਾਲਾ ਦੇ ਵਿੱਚ ਤੁਸੀਂ ਮਾਲਾ ਦਾ ਜ਼ਿਕਰ ਕੀਤਾ, ਮਾਲਾ ਦੇ ਵਿੱਚ ਕਰਵਾਉਣ ਦਾ ਯਤਨ ਕਰੋਗੇ? ਦੇਖੋ ਕਿਉਂਕਿ ਤੁਹਾਡੇ ਅੰਦਰ ਸਮਰੱਥਾ ਹੈਗੀ ਹੈ ਇਕੱਠੇ ਕਰਨ ਦੀ। ਉਹਨਾਂ ਦੇ ਮਤਭੇਦ ਜਿਹੜੇ ਚੋਣਾਂ ਦੇ ਦੌਰਾਨ ਆਏ ਹੈਗੇ ਆ ਉਹ ਮਿਟਾਏ ਜਾ ਸਕਦੇ ਆ ਜੇ ਵਿੱਚ ਇੱਕ ਕੜੀ ਦਾ ਰੋਲ ਅਦਾ ਤੁਸੀਂ ਕਰ ਸਕੋ, ਜਾਂ ਕੋਈ ਹੋਰ ਸਮਰੱਥ ਲੋਕ ਜਿਹੜੇ ਹੈਗੇ। ਨਹੀਂ, ਮੇਰੇ ਵੱਲੋਂ ਤਾਂ ਕੋਈ ਬਾਈ ਹੈ ਹੀ ਨਹੀਂ ਹੈ ਨਾ। ਮੈਂ ਤਾਂ ਭੁੰਜੇ ਬੈਠ ਕੇ ਐਂ ਕਹਿਣ ਵਾਲਾ ਹੈ ਨਾ। ਇੱਕ ਬਹੁਤ ਸੋਹਣੀਆਂ ਲਾਈਨਾਂ ਸਾਨੂੰ ਮਹਾਰਾਜ ਨੇ ਬਖਸ਼ੀਆਂ ਹੋਈਆਂ, ਵੱਡੀ ਉਮਰਾਂ ਦੇ ਆ ਸਾਰੇ ਸਾਡੇ ਜਥੇਬੰਦੀਆਂ ਦੇ ਜਿੰਨੇ ਵੀ ਪ੍ਰੈਜ਼ੀਡੈਂਟ ਨੇ, ਦੇ ਆਲ 70+ 60+ ਨੇ। ਤਾਂ ਆਪਾਂ ਤਾਂ ਬੜੇ ਆਰਾਮ ਨਾਲ ਕਹਿ ਸਕਦੇ ਹਾਂ ਬਾਪੂ ਜੀ ਕਿ ਮਸਲਾ ਪੰਜਾਬ ਦਾ ਹੈ ਨਾ। ਮੇਰਾ ਤਾਂ ਇੱਕ ਗੀਤ ਆਇਆ ਸੀ ਪਿੱਛੇ ਜੇ ਕਿ ਹੁਣ ਬਹੁਤੀ ਦੇਰ ਦੀ ਗੱਲ ਨਾ ਰਹਿ ਗਈ, ਗਾ ਕੇ ਸੁਣਾ ਦਿਆਂ। ਉਹਦੇ 'ਚ ਮੇਰੇ ਖਿਆਲ 'ਚ ਸਮੁੱਚੀਆਂ ਜਿਹੜੀਆਂ ਕਲਾਸਾਂ ਨੇ ਉਹਨਾਂ ਨੂੰ ਹੀ ਹੈ। ਉਹਨਾਂ ਦੇ ਇਸ ਤਰ੍ਹਾਂ ਸੀ ਕਿ ਹੁਣ ਬਹੁਤੀ ਦੇਰ ਦੀ ਗੱਲ ਨਾ ਰਹਿ ਗਈ, ਪਿੰਡ ਤੇ ਪੀਂਗ ਕੁਲੈਣੀ ਪੈ ਗਈ, ਚੱਲ ਉੱਠ ਖੜਾ ਉਹ ਮੰਜਾ ਛੱਡ ਦੇ, ਦਿੱਲੀ ਕਹੇਗੀ ਬੜਾ ਕੁਝ ਕਹੇਗੀ, ਧੀਆਂ ਪੁੱਤ ਇਕੱਠੇ ਕਰ ਲੈ ਤੂੰ, ਟੱਬਰ ਇਕੱਠਾ ਕਰ ਲੈ ਤੂੰ, ਇਹ ਐਵੇਂ ਮੈਂ ਆਪਣੀ ਤੇ ਅੜ ਗਏ, ਓਏ ਅੱਖਾਂ ਖੋਲ ਪੰਜਾਬ ਸਿਆ, ਉਹ ਤੇਰੇ ਘਰ ਚ ਲੁਟੇਰੇ ਵੜ ਗਏ, ਓਏ ਅੱਖਾਂ ਖੋਲ ਪੰਜਾਬ ਸਿਆ, ਉਹ ਤੇਰੇ ਘਰ ਚ ਲੁਟੇਰੇ ਵੜ ਗਏ ਓ। ਸੋ ਇਹ ਤਾਂ ਪਹਿਲਾਂ ਮਾਰੋ ਤਾੜੀ ਸਾਰੇ ਮਾਰ ਲਿਓ। ਸੋ ਇਹ ਤਾਂ ਪਹਿਲਾ ਫਰਜ਼ ਹੈ ਬਾਈ ਕਿ ਬਜ਼ੁਰਗਾਂ ਨੂੰ ਮੇਰੇ ਖਿਆਲ 'ਚ ਕਹਿਣ ਦੀ ਵੀ ਲੋੜ ਨਾ ਪਵੇ, ਉਹਨਾਂ ਨੂੰ ਭਲੀ ਭਾਂਤੀ ਪਤਾ ਹੋਵੇ। ਹੁਣ ਜੇ ਲੋਹਾ ਗਰਮ ਹੈ ਬਾਈ ਤਾਂ ਯਾਰ ਸੱਟ ਮਾਰਨ 'ਚ ਕੀ ਹਰਜ਼ ਹੈ ਨਾ। ਮੈਂ ਹੀ ਲਾ ਕੇ ਪਾਸੇ ਰੱਖਣੀ ਹੈ ਨਾ ਯਾਰ ਬਾਈ। ਔਰ ਜਿਨ੍ਹਾਂ ਦੇ ਆਪਾਂ ਧੀਆਂ ਪੁੱਤਾਂ ਬਾਈ ਸਾਰੇ ਹੈ ਨਾ, ਇੱਥੇ ਮੈਂ ਕਿਸੇ ਪਾਰਟੀਕੂਲਰ ਇੱਕ ਕਲਾਸ ਦੀ ਗੱਲ ਨਹੀਂ ਕਰ ਰਿਹਾ, ਜਾਂ ਕਿਸੇ ਸਿੱਖ ਦੀ ਜਾਂ ਕਿਸੇ ਹਿੰਦੂ ਦੀ ਜਾਂ ਮੁਸਲਮਾਨ, ਨਹੀਂ, ਮੈਂ ਤਾਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਹਰ ਵੇਲੇ ਇਸ ਗੱਲ ਦੀ ਅਨਾਉਂਸਮੈਂਟ ਕਰਦੇ ਰਹਿੰਦੇ ਕਿ ਪੰਜਾਬ ਦਾ ਭਲਾ ਹੋਵੇ, ਪੰਜਾਬ ਦਾ ਭਲਾ। ਹੁਣ ਵੇਲਾ ਆਇਆ ਬਾਈ ਯਾਰ ਹੈ ਨਾ। ਤਾਂ ਬਹੁਤ ਸੋਹਣਾ ਮਹਾਰਾਜ ਨੇ ਵਕਤ ਬਖਸ਼ਿਆ। ਤਾਂ ਮੈਂ ਤਾਂ ਸਭ ਨੂੰ ਕਹਿਣਾ, ਸਾਰੇ ਭਾਈਚਾਰਿਆਂ ਨੂੰ, ਸਾਰੀਆਂ ਕਲਾਸਾਂ ਨੂੰ, ਸਾਰੇ ਡਿਪਾਰਟਮੈਂਟਸ ਨੂੰ ਕਿ ਆਪਦੀਆਂ ਮੈਂ ਜੀ ਆਪਦੇ ਕਾਟੋ ਕਲੇਸ਼ ਯਾਰ ਪਾਸੇ ਲਾ ਕੇ ਸੱਟੋ ਹੈ ਨਾ। ਅਤੇ ਅਸੀਂ ਉੱਥੇ ਵੀ ਇੱਕ ਬਹੁਤ ਵੱਡਾ ਨੁਕਸਾਨ ਝੱਲਿਆ ਪ੍ਰੋਟੈਸਟ ਟਾਈਮ ਵੀ, ਜੋ ਮੈਂ ਪਰਸਨਲੀ ਮਹਿਸੂਸ ਕੀਤਾ ਕਿ ਤੁਸੀਂ ਵੀ ਉੱਥੇ ਹੀ ਸੀ ਸਾਰੇ ਹੈ ਨਾ। ਮਾਈਕ ਉੱਥੇ ਹੀ ਸੀ, 1.25 ਸਾਲ ਉੱਥੇ ਹੀ ਰਹੇ ਆ ਮਾਈਕ, ਕਿ ਇੱਕ ਬਹੁਤ ਵੱਡੀ ਜਮਾਤ ਸੀ ਉਹ। ਜੇ ਉਹਦੀ ਵੈਲਿਊ ਪਤਾ ਹੋਵੇ ਸਾਡੇ ਭੈਣ ਭਰਾਵਾਂ ਨੂੰ, ਸਾਡੇ ਪਰਿਵਾਰਾਂ ਨੂੰ, ਕਿ ਰੋਜ਼-ਰੋਜ਼ ਇਹ ਮੇਲੇ ਨਹੀਂ ਲੱਗਦੇ ਬਾਪੂ ਜੀ, ਕਿ ਇੱਕ ਬਹੁਤ ਵੱਡੀ ਸਟੇਜ ਹੋਵੇ, ਮਾਈਕ ਦੀ ਆਵਾਜ਼ ਹੋਵੇ, ਔਰ ਇਸ ਤਰ੍ਹਾਂ 20-25 ਚੈਨਲ ਹਰ ਰੋਜ਼ ਤੁਹਾਡੇ ਤੇ ਸਾਹਮਣੇ ਹੈ, ਔਰ ਤੁਸੀਂ ਗੱਲ ਬੋਲਦੇ ਹੋ, ਔਰ 1 ਮਿੰਟ ਦੇ ਵਿੱਚ ਉਹ ਲਾਈਵ ਸਾਰਾ ਚੱਲ ਰਿਹਾ ਤੇ ਕਰੋੜਾਂ ਲੋਕਾਂ 'ਚ ਆਲ ਓਵਰ ਦਾ ਵਰਲਡ ਉਹ ਗੱਲਾਂ ਜਾ ਰਹੀਆਂ ਨੇ, ਸਾਹਮਣੇ 10-15 ਹਜ਼ਾਰ ਬੰਦਾ ਬੈਠਾ। ਤਾਂ ਐਡੀ ਵੱਡੀ ਅਨਾਉਂਸਮੈਂਟ ਜਦੋਂ ਤੁਸੀਂ ਸਾਰਿਆਂ ਨੇ ਸਾਰੇ ਵਰਲਡ ਦੇ ਵਿੱਚ ਦਿੱਤੀ ਹੈ, ਉਹਦੇ ਬਾਵਜੂਦ ਵੀ ਅਸੀਂ 1.25 ਸਾਲ 'ਚ ਲੋਕਾਂ ਨੂੰ ਐਜੂਕੇਟ ਨਹੀਂ ਕਰ ਸਕੇ। ਕਿਉਂ? ਕਿਉਂਕਿ ਉਹ ਗੱਲਾਂ ਨਹੀਂ ਕਰ ਸਕੇ ਅਸੀਂ। ਮੈਂ ਸਵਾਲ ਪਹਿਲਾਂ ਇਹੀ ਕਰਨਾ ਜੀ ਅਸੀਂ ਜੀ ਵੀ ਐਜੂਕੇਟ ਅਸੀਂ ਗੱਲ ਕੱਲਾ ਜਸ਼ਨ ਬਣ ਕੇ ਤਾਂ ਨਹੀਂ ਰਹਿ ਗਏ ਅਸੀਂ ਕਿੰਨੇ ਕੁ ਲੋਕਾਂ ਨੂੰ ਐਜੂਕੇਟ ਕਰ ਪਾਏ ਉੱਥੇ ਕਿ ਸਾਡੇ ਲਈ ਪੰਜਾਬ ਦੇ ਹੱਕ ਕਿਹੜੇ ਜ਼ਰੂਰੀ? ਬਿਲਕੁਲ ਬਾਈ, ਪਹਿਲਾਂ ਕਮਰ ਨੂੰ ਕਹਿਣਾ ਪੈਣਾ ਡਾਕਟਰ ਨੂੰ ਜਾ ਕੇ ਵੀ ਡਾਕਟਰ ਸਾਹਿਬ ਬੁਖਾਰ ਹੈ, ਡਾਕਟਰ ਚੈੱਕ ਕਰੂਗਾ ਵੀ 104 ਹੈ, ਦਵਾਈ ਲੈਣੀ ਪੈਣੀ ਹੈ, ਅਤੇ ਦਵਾਈ ਲਈ ਵੀ ਮੈਨੂੰ ਹੱਥ ਕੱਢਣਾ ਪੈਣਾ, ਪਾਣੀ ਵੀ ਲੈਣਾ ਪੈਣਾ, ਆਪ ਫੱਕਾ ਮਾਰ ਕੇ ਗੋਲੀਆਂ ਲੈਣੀਆਂ ਪੈਣੀਆਂ ਬਾਈ। ਸੋ ਇਹ ਵੱਡੇ ਦਿਲ ਵਾਲਾ ਬੰਦਾ ਹੀ ਕਰੂਗਾ ਹੈ ਨਾ। ਸੋ ਉਹ ਗੱਲਾਂ ਜਾਣੀ ਸੌਰੀ ਟੂ ਸੇ ਉਹ ਹਜੇ ਤੱਕ ਹੋਈਆਂ ਨਹੀਂ। ਸੋ ਨਹੀਂ ਤਾਂ ਬਹੁਤ ਸੋਹਣਾ ਪਲੇਟਫਾਰਮ ਸੀ ਐਡੀ ਵੱਡੀ ਜਮਾਤ ਨੂੰ, ਕਿਉਂਕਿ ਉੱਥੇ ਮੈਨੂੰ ਨਹੀਂ ਪਤਾ ਲੱਗਿਆ ਕੌਣ ਸਿੱਖ ਹੈ, ਕੌਣ ਹਿੰਦੂ ਹੈ, ਕੌਣ ਮੁਸਲਮਾਨ ਹੈ। ਮੈਨੂੰ ਐਂ ਲੱਗਦਾ ਸੀ ਕਿ ਮੁਲਕ ਦੇ ਕਾਮੇ ਬੈਠੇ ਆ, ਇਹ ਮਿਹਨਤੀ ਕਾਮੇ ਬੈਠੇ ਆ, ਜਿਹੜੇ ਹੱਡ ਪਸੀਨੇ ਵਾਲੀ ਮਿਹਨਤ, 10 ਨੌਹਾਂ ਦੀ ਕਿਰਤ ਕਮਾਈ ਖਾਣ ਵਾਲੇ ਲੋਕ ਬੈਠੇ ਆ, ਦਸਵੰਧ ਦੇਣ ਵਾਲੇ ਲੋਕ ਬੈਠੇ ਆ। ਇੱਥੇ ਕਿਸੇ ਜ਼ਾਤ ਦਾ ਨਹੀਂ ਪਤਾ ਲੱਗ ਰਿਹਾ ਸੀ ਕੌਣ ਜੱਟ ਸਿੱਖ ਹੈ, ਕੌਣ ਮਜਬੀ ਸਿੱਖ ਹੈ, ਕੌਣ ਕੀ ਹੈ। ਇੱਦਾਂ ਹੀ ਪਤਾ ਲੱਗਦਾ ਸੀ ਕਿ ਲੰਗਰ 'ਚ ਟਾਟ ਲੱਗੇ ਹੋਏ ਆ,
ਤੇ ਬਸ ਸਾਰੇ ਕੋਈ ਛਕਾਈ ਜਾਂਦਾ, ਕੋਈ ਮੁਸਲਮਾਨ ਭਰਾ ਵੀ ਛਕਾਈ ਜਾਂਦਾ, ਕੋਈ ਹਿੰਦੂ ਐ ਮੁੱਖ ਕਰੀ ਹੱਥ ਕਰੀ ਖੜਾ ਪ੍ਰਸ਼ਾਦਾ ਵਾਹਿਗੁਰੂ, ਕੋਈ ਸਿੱਖ ਉੱਧਰੋਂ ਬਾਲਟੀ ਚੱਕੀ ਹੁੰਦਾ ਹੈ ਕੋਈ। ਸੋ ਇੰਨੇ ਸੋਹਣੇ ਕਲਚਰ ਦੇ ਬਾਵਜੂਦ ਵੀ ਜਿਸ ਲੈਵਲ ਤੇ ਜਾ ਕੇ ਅਸੀਂ ਐਜੂਕੇਟ ਹੋਣਾ ਸੀ ਬਾਈ, ਸੋ ਹਜੇ ਵੀ ਵੇਲਾ ਹੈ ਕਿ ਅਸੀਂ ਆਪਦੇ ਮਨ ਮੁਟਾਵ ਪਾਸੇ ਕਰਕੇ, ਨਫ਼ਰਤਾਂ ਪਾਸੇ ਰੱਖ ਕੇ, ਹਸਤੀਆਂ ਮਿਟਾ ਕੇ ਇੱਕ ਮਹਾਰਾਜ ਦੇ ਨਾਮ ਦੀ ਮਸਤੀ ਚੜਾ ਕੇ ਜੇ ਕਿਤੇ ਹੋਕਾ ਦੇ ਲਈਏ ਸਾਂਝਾ, ਤਾਂ ਭਲਾ ਹੋ ਸਕਦਾ ਪੰਜਾਬ ਦਾ। ਓਏ ਹੁੰਦਾ ਸੂਰਮੇ ਗਦਾਰ ਵਿੱਚ ਫਰਕ ਬੜਾ, ਕੀਤਾ ਜਾਲੀ ਵਿਦਵਾਨਾ ਬੇੜਾ ਗਰਕ ਬੜਾ। ਓ ਤਰਕ ਨੇ ਇੰਨੇ ਕੇ ਲੈਵਲ ਸਿੱਟ ਤੇ, ਕਿਰਦਾਰ ਕੁਸ਼ੀ ਕਰੀਏ ਨਾ ਕਦੇ ਨੈਟ ਤੇ। ਸੂਰੇ ਮਾੜੀ ਮੋਟੀ ਗੱਲ ਤੇ ਕਦੇ ਨਾ ਝੁਰਦੇ, ਸਰਦਾਰ ਬੰਦੇ ਖਾਲੀ ਨਾ ਮੈਦਾਨੋਂ ਮੁੜਦੇ। ਸਰਦਾਰ ਬੰਦੇ ਖਾਲੀ ਨਾ ਮੈਦਾਨੋਂ ਮੁੜਦੇ। ਸਰਦਾਰ ਬੰਦੇ ਸਰਦਾਰ ਬੰਦੇ। ਸੋ ਕੱਲ ਹੋਇਆ ਰਿਲੀਜ਼ ਹੈ ਗੀਤ, ਤੇ ਤੁਸੀਂ ਵੀ ਸੁਣਿਓ ਸਾਰੇ ਮੇਰੇ ਭਰਾ। ਹਾਂ ਬਿਲਕੁਲ ਹੀ ਇੱਕ ਸਵਾਲ ਲਾਸਟ ਵਿੱਚ ਜੇ ਕਿਸੇ ਬਾਈ ਹੈ ਹੜਾ ਬਾਈ, ਇਹਨਾਂ ਗੱਲਾਂ 'ਚ ਖੁੱਲ੍ਹ ਕੇ ਆਈਏ ਆਪਾਂ, ਸੱਚੀ ਇਹ ਗੱਲ। ਲਿਪਾ ਪੋਚੀ ਜੀ ਕਰਨ ਦੀ ਮੈਨੂੰ ਨਹੀਂ ਲੱਗਦਾ ਮੈਨੂੰ ਵੀ ਲੋੜ ਹੈ ਕੋਈ, ਜਾਂ ਤੁਹਾਨੂੰ ਕਰਨ ਦੀ ਲੋੜ ਹੈ। ਇਹ ਸੁਭਾਵਿਕ ਸੀ ਹਨਾ। ਉਸ ਵੇਲੇ ਕਈ ਗੱਲਾਂ ਸ਼ੂਗਰ ਕੋਟਡ ਕਰਕੇ ਬੋਲੀਆਂ ਗਈਆਂ ਕਿ ਜੀ ਗੀਤ ਬਦਲ ਗਏ, ਆਏ ਹੋ ਗਿਆ ਜੀ, ਹੁਣ ਤਾਂ ਕਿਸਾਨੀ ਦੇ ਗੀਤ ਆਉਣਗੇ, ਪੰਜਾਬ ਦੇ ਗੀਤ ਆਉਣਗੇ, ਮਿੱਟੀ ਦੇ ਗੀਤ ਆਉਣਗੇ, ਭਾਈਚਾਰਿਆਂ ਦੀ ਸਾਂਝ ਦੇ ਗੀਤ ਆਉਣਗੇ। ਪਰ ਬਾਈ ਪਤਾ ਸੀ ਕਿ ਨਹੀਂ ਆਉਣਗੇ। ਜਿਵੇਂ ਪਹਿਲਾਂ ਲਹਿਰਾਂ ਚੱਲਦੀਆਂ ਰਹੀਆਂ, ਜਿਵੇਂ ਰੋਮਾਂਸਵਾਦੀ ਲਹਿਰ ਚੱਲੀ, ਪ੍ਰਗਤੀਵਾਦੀ ਲਹਿਰ ਚੱਲੀ, ਫਿਰ ਨਕਸਲਵਾਦੀ ਲਹਿਰ ਆ ਗਈ, ਫਿਰ ਜੇ ਆਪਾਂ ਕਹਿੰਦੇ ਕਿ ਖਾਲਸਾਵਾਦ ਦੀ ਲਹਿਰ ਸਮੇਂ ਦੇ ਵਿੱਚ ਮਿਲੀ। ਜੀ ਬਿਲਕੁਲ ਬਾਈ। ਇਸ ਤਰੀਕੇ ਨਾਲ ਇਹ ਵੀ ਇੱਕ ਕਿਸਾਨੀ ਅੰਦੋਲਨ ਦਾ ਇੱਕ ਦੌਰ ਆਇਆ ਕਿ ਜਦੋਂ ਸਾਨੂੰ ਸਭ ਚੀਜ਼ਾਂ ਨੂੰ ਪਾਸੇ ਛੱਡ ਕੇ ਅਸੀਂ ਇਕੱਠੇ ਇੱਕ ਜਗ੍ਹਾ ਤੇ ਹੋਏ। ਤੇ ਫਿਰ ਉਸ ਤਰ੍ਹਾਂ ਦੇ ਦੌਰ ਆਏ ਜਦੋਂ ਕਿ ਬੰਦੂਕਾਂ, ਹਥਿਆਰਾਂ, ਕੁੜੀਆਂ ਦੀ ਚੀਜ਼ਾਂ ਨੂੰ ਛੱਡ ਕੇ ਦੁਬਾਰਾ ਇੱਕ ਫਿਰ ਪੰਜਾਬ ਦੀ ਗੱਲ ਹੋਈ। ਉਹਦੇ ਨਾਲ ਮੈਂ ਦੁਬਾਰਾ ਫਿਰ ਉਸੇ ਸਵਾਲ ਤੇ ਆ ਵੀ ਉਹ ਜਿਹੜਾ ਚੀਜ਼ ਦੁਬਾਰਾ ਫਿਰ ਗੁੰਮਦਾ ਲੱਗਦਾ ਕਿ ਵੀ ਸ਼ਾਇਦ ਸਾਡੇ ਜਿਹੜੇ ਰਵੱਈਏ ਜਾਂ ਲੇਖਕ ਦੁਬਾਰਾ ਫਿਰ ਕੀ ਤੋਂ ਹਟ ਗਏ ਨੇ, ਲੀਹ ਤੋਂ ਹਟ ਗਏ। ਦੇਖੋ ਹੈਗੇ ਤਾਂ ਸਾਰੇ ਆਪਣੇ ਹੀ ਨੇ ਹਨਾ। ਤੁਸੀਂ ਵੀ ਕੱਲ੍ਹ ਨੂੰ ਉਹਨਾਂ ਕਲਾਕਾਰਾਂ ਨੂੰ ਮਿਲਣਾ, ਮੈਂ ਵੀ ਮਿਲਣਾ, ਤੇ ਸੱਚੀਓ ਮੇਰੇ ਲਈ ਉਹ ਸਾਰੇ ਮੇਰੇ ਪਰਿਵਾਰ ਦੇ ਮੈਂਬਰ ਹੀ ਨੇ। ਕੋਈ ਅੰਦਰ ਉਹਨਾਂ ਲਈ ਕੋਈ ਨਫ਼ਰਤ ਨਹੀਂ ਹੈ, ਪਰ ਇੱਕ ਲਾਂਭਾ ਜ਼ਰੂਰ ਹੈ ਹਨਾ ਕਿ ਐਡਾ ਸੋਹਣਾ ਯਾਰ ਇੱਕ ਕਲਚਰ ਡਿਵੈਲਪ ਹੋ ਗਿਆ ਇੱਕ ਸਾਲ 'ਚ। ਇੰਨੇ ਸੋਹਣੇ ਸੋਹਣੇ ਗੀਤ ਸਾਰਿਆਂ ਨੇ ਗਾਏ, ਕਿਹਦਾ ਨਾਂ ਲਵਾਂ ਮੈਂ। ਬਾਅਦ 'ਚ ਅਸੀਂ ਐਂ ਜੇ ਕਿਉਂ ਹੋ ਜਾਂਦੇ ਹਾਂ, ਕਿਉਂ ਆ ਕੇ ਫਿਰ ਉਹੀ ਝੂਠ ਜਿਹਾ ਸਾਨੂੰ ਫਿਰ ਸੱਚ ਲੱਗਣ ਲੱਗ ਜਾਂਦਾ ਕਿ ਆਹੀ ਸਾਡੀ ਕਾਮਯਾਬੀ ਦਾ ਰਾਜ ਹੈ ਹਨਾ। ਪੇਚਾ ਪੈ ਗਿਆ ਸੈਂਟਰ ਨਾਲ, ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਹੈ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ। ਇਹਨਾਂ ਗੀਤਾਂ ਨੂੰ ਨਹੀਂ ਸੁਣਿਆ ਕਿਸੇ ਨੇ। ਇਹ ਇੱਕ ਗੱਲ ਮੈਂ ਸੁਣਨਾ ਵੀ ਜ਼ਰੂਰ ਹਾਂ ਬਾਈ ਕੋਈ ਨਹੀਂ, ਜ਼ਰੂਰ ਸੁਣਾ ਦੂੰਗਾ ਵੀ ਕਿਲੇ ਬਣ ਗਿਆ ਜੀ। ਤਾਂ ਪਰ ਇਹ ਤਾਂ ਬਸ ਮੈਂ ਤਾਂ ਹਮੇਸ਼ਾ ਬੇਨਤੀਆਂ ਕਰਦਾ ਰਹਿਣਾ ਬਾਈ ਹਨਾ ਕਿ ਮਹਾਰਾਜ ਨੇ ਸਾਨੂੰ ਕਲਾ ਬਖਸ਼ੀ ਹੈ, ਬਹੁਤ ਉੱਚੀ ਕਲਾ ਨਾਲ ਨਵਾਜ਼ਿਆ ਹੈ ਇਹਨਾਂ ਫਨਕਾਰਾਂ ਨੂੰ। ਸੋ ਜ਼ੋਰ ਕੋਈ ਨਹੀਂ ਹੈ, ਜਾਣੀ ਇੱਕ ਬੇਨਤੀ ਕਰਕੇ ਕਹਿ ਦਿੰਦੇ ਆ ਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਇਸ ਵੇਲੇ ਇਹਨਾਂ ਗੀਤਾਂ ਨਾਲ, ਤੇ ਜਿਸ ਤਰ੍ਹਾਂ ਦੀ ਪਿਕਚਰਾਈਜੇਸ਼ਨ ਹੋ ਰਹੀ ਹੈ, ਸੋ ਜਿਸ ਤਰ੍ਹਾਂ ਦੀ ਉਹ ਪ੍ਰਮੋਸ਼ਨ ਹੈ, ਉਹ ਮੈਨੂੰ ਲੱਗਦਾ ਪੰਜਾਬ ਦੀ ਲੋੜ ਨਹੀਂ ਹੈ ਹਨਾ। ਹੁਣ ਮੈਂ ਦੇਖ ਰਿਹਾ ਕਿ ਆਪਣਾ ਤੁਹਾਡੇ ਵਾਲੇ ਡਿਪਾਰਟਮੈਂਟ ਦੇ ਵਿੱਚ ਮੈਨੂੰ 3 ਸਾਡੀਆਂ ਭੈਣਾਂ ਵੀ ਦਿਖ ਰਹੀਆਂ ਜਿਹੜੀਆਂ ਇਸ ਕਾਨਫਰੰਸ ਨੂੰ ਸ਼ੂਟ ਕਰ ਰਹੀਆਂ। ਲੱਗਦਾ ਜਿਹੜੇ ਕਲਾਕਾਰ ਅੱਜ ਕੱਲ੍ਹ, ਕੁਛ ਕੁ ਕਲਾਕਾਰ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬੜੇ ਚੰਗੇ ਵੀ ਹੈ, ਆਪਾਂ ਨਾਂ ਲੈ ਲੈਂਦੇ ਹਾਂ। ਵਾਰਸ ਭਰਾ ਨੇ, ਮਾਨ ਸਾਹਿਬ ਨੇ, ਬਾਈ ਬੱਬੂ ਹੋਣੀ ਹੈ, ਰਣਜੀਤ ਬਾਵਾ ਹੈ, ਰਾਜਵੀਰ ਜਵੰਦਾ ਹੈ, ਹੋਰ ਬਹੁਤ ਸਾਰੇ ਸਿੰਗਰ ਨੇ, ਤਰਸੇਮ ਹੈ, ਬੜੇ ਹੋਰ ਗਵਈਏ ਹੈਗੇ, ਬਾਈ ਹਰਮਨ ਹੋਣੀ, ਅਤੇ ਸਰਤਾਜ ਬਾਈ ਹੈ ਸਭ ਤੋਂ ਮੂਹਰਲਿਆਂ 'ਚ ਬਾਈ ਤਾਂ, ਉਹ ਬੜੇ ਚੰਗੇ ਹੈਗੇ ਆ। ਪਰ ਕੁਛ ਕੁ ਸਾਡੇ ਭਰਾ ਹੈਗੇ ਕਿ ਜਿਨ੍ਹਾਂ ਵੱਲੋਂ ਸਾਡੀਆਂ ਇਹਨਾਂ ਕੁੜੀਆਂ ਲਈ ਗੀਤ ਗਾਏ ਜਾਂਦੇ ਆ, ਇਹਨਾਂ ਦੀ ਕਲਪਨਾ ਦਿਖਾਈ ਜਾਂਦੀ ਹੈ। ਤੁਹਾਨੂੰ ਲੱਗਦਾ ਕਿ ਇਹ ਉਹ ਕੁੜੀਆਂ ਨੇ ਜਿਨ੍ਹਾਂ ਦੇ ਗੀਤ ਗਾਉਂਦੇ ਆ, ਜਿਨ੍ਹਾਂ ਦੀਆਂ ਅੰਗਾਂ 'ਤੇ ਗੱਲ ਕਰਦੇ ਉਹ ਹੈ, ਜਿਨ੍ਹਾਂ 'ਤੇ ਉਹ ਕੌਮੈਂਟਬਾਜ਼ੀ ਉਸ ਤਰ੍ਹਾਂ ਦੀ ਕਰਦੇ ਆ ਹੈ, ਅਤੇ ਜਿਸ ਤਰ੍ਹਾਂ ਦੀਆਂ ਵੀਡੀਓ ਉਹ ਦਿਖਾਉਂਦੇ ਆ। ਤਾਂ ਮੈਨੂੰ ਤਾਂ ਨਹੀਂ ਲੱਗਦਾ ਵੀ ਸਾਡੀਆਂ 3 ਕੁੜੀਆਂ ਜਿਹੜੀਆਂ ਇੱਥੇ ਬੈਠੀਆਂ ਜਾਂ ਖੜੀਆਂ ਵੀ ਇਹਨਾਂ ਨਾਲ ਉਹ ਗੀਤ ਮੇਲ ਖਾਂਦੇ ਆ। ਫਿਰ ਅਸੀਂ ਕਿਹਦੇ ਲਈ ਗਾ ਰਹੇ ਹਾਂ, ਫਿਰ ਉਹ ਕੁੜੀਆਂ ਕੌਣ ਨੇ? ਇਹ ਬੜੇ ਵੱਡੇ ਸਵਾਲ ਨੇ। ਤਾਂ ਕਦੇ ਸਾਡੇ ਦਿਲ ਐਡੇ ਵੱਡੇ ਹੋਣ, ਅਸੀਂ ਹਿੰਮਤ ਰੱਖਦੇ ਹੋਈਏ ਗਵਾਈਏ ਸਭਾ 'ਚ ਬੈਠ ਕੇ ਤੁਹਾਨੂੰ ਸਾਰਿਆਂ ਨੂੰ ਕਹਿਣ ਦੀ ਕਿ ਯਾਰ ਸਵਾਲ ਪੁੱਛੋ। ਕਿਤੇ ਸਾਡੇ ਕੋਲ ਐਡੇ ਦਿਲ ਹੋਣ ਅਤੇ ਸਾਡੇ ਕੰਮ ਐਡੇ ਹੋਣ, ਸਾਥੋਂ ਮਹਾਰਾਜ ਕੰਮ ਇਹੋ ਜਿਹਾ ਕਰਾ ਲੇ ਕਿ ਮੈਂ ਤੁਹਾਡੀ ਅੱਖ 'ਚ ਅੱਖ ਪਾ ਕੇ ਕਹਿ ਸਕਾਂ ਕਿ ਯਾਰ ਤੁਸੀਂ ਭਰਾ ਹੋ ਮੇਰੇ, ਤੁਸੀਂ ਭੈਣਾਂ ਹੋ ਮੇਰੀਆਂ, ਯਾਰ ਸਵਾਲ ਪੁੱਛੋ ਕੋਈ
ਕੋਈ ਤੱਤਾ ਜਿਹਾ ਸਵਾਲ ਪੁੱਛੋ ਯਾਰ, ਕੋਈ ਕਰੜਾ ਜਿਹਾ ਸਵਾਲ ਪੁੱਛੋ, ਕੋਈ ਮੇਰੀ ਕਮੀ ਦੱਸੋ ਮੈਨੂੰ ਕਿ ਕਮਰ ਤੇਰੇ 'ਚ ਆਹ ਕਮੀ ਹੈ ਯਾਰ, ਤੇ ਮੈਂ ਦੋਵੇਂ ਹੱਥ ਜੋੜ ਕੇ ਤੁਹਾਨੂੰ ਕਹਾਂ ਕਿ ਆਹ ਕਮੀ ਮੇਰੇ 'ਚ ਹੈ, ਮੈਂ ਅੱਜ ਪ੍ਰੋਮਿਸ ਕਰਦਾ ਕਿ ਇਹਨੂੰ ਮੈਂ ਠੀਕ ਕਰੂੰਗਾ, ਕਿਤੇ ਇਹ ਦਿਨ ਆਵੇ। ਪਰ ਉਹਦੇ ਲਈ ਬਾਈ ਇਹ ਹੈ ਕਿ ਕੱਲਾ ਟੌਰ ਕੱਢਣ ਤੋਂ ਵੇਲ ਮਿਲੇ ਸਾਨੂੰ, ਤੇ ਆ ਜਿਹੜੇ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਜਿਹੜੀਆਂ ਆਪਣੇ ਗੀਤਾਂ 'ਚ ਲੈ ਕੇ ਆਏ ਆ, ਇਹਨਾਂ ਦੀ ਸਾਨੂੰ ਸਮਝ ਆਵੇ, ਸੰਗਤਾਂ ਬਦਲਣ ਸਾਡੀਆਂ, ਸਾਡੇ ਰੰਗ ਬਦਲਣ, ਤਾਂ ਫਿਰ ਅਸੀਂ ਕਿਤੇ ਇਸ ਤਰ੍ਹਾਂ ਦੀਆਂ ਸਭਾਵਾਂ 'ਚ ਬਹਿ ਕੇ ਅਸੀਂ ਤੁਹਾਨੂੰ ਕਹਿ ਸਕੀਏ ਇਸ ਤਰ੍ਹਾਂ ਦੀ ਗੱਲ ਕਿ ਯਾਰ ਕਿਸੇ ਨੂੰ ਸਵਾਲ ਕਰੋ ਯਾਰ। ਬਾਕੀ ਇੱਕ ਚੀਜ਼ ਜ਼ਰੂਰ ਹੈ ਕਿ ਸੈਂਸਰ ਕੋਈ ਇਸ ਤਰ੍ਹਾਂ ਦਾ ਬਣ ਜੇ ਬਾਈ ਯਾਰ, ਹੈ ਨਾ। ਸੈਂਸਰ ਬਣੇ ਆ ਪਹਿਲੋਂ ਵੀ, ਪਰ ਹੁਣ ਰੌਲਾ ਇਹ ਹੈ ਕਿ ਉਹ ਬਸ ਸੈਂਸਰ ਬਣੇ ਵੀ ਹੈ, ਹੈ ਨਾ। ਤੇ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਉਸ ਲੈਵਲ 'ਤੇ ਜਾ ਕੇ, ਕਿਉਂਕਿ ਜੇ ਉਸ ਤਰ੍ਹਾਂ ਦਾ ਬਿਹੇਵ ਹੁੰਦਾ ਉਹਨਾਂ ਦਾ ਸਾਡੇ ਨਾਲ, ਆਰਟਿਸਟਾਂ ਨਾਲ, ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਦੇ ਗੀਤ ਰੋਜ਼ਮਰਾ ਦੀ ਜ਼ਿੰਦਗੀ 'ਚ ਰਿਲੀਜ਼ ਹੋ ਰਹੇ ਇਹ ਗੀਤ ਰਿਲੀਜ਼ ਹੋਣੇ ਸੀ। ਸੋ ਸੈਂਸਰ ਕੋਈ ਇਸ ਤਰ੍ਹਾਂ ਦਾ ਨਿੱਗਰ ਜਾਵੇ, ਕੋਈ ਥੋੜਾ, ਹਾਂਜੀ ਹੁਣ ਸੀਐਮ ਬਣ ਗਏ, ਉਹ ਇਹੀ ਲਾਈਨ 'ਚੋਂ ਨਿਕਲੇ ਹੋਏ ਆ, ਤੁਸੀਂ ਪਹੁੰਚ ਕਰੋ ਉਹਨਾਂ ਤੱਕ। ਕੋਈ ਨਹੀਂ, ਕਦੇ ਬਾਈ ਹੋਰਾਂ ਨਾਲ ਕਦੇ ਮੁਲਾਕਾਤ ਹੋਵੇ ਤਾਂ ਆਪਾਂ ਬਹੁਤ ਹਲੀਮੀ ਨਾਲ ਤੇ ਬਸ ਯਾਦ ਹੀ ਕਰਾਉਣੀਆਂ ਉਹਨਾਂ ਦੀ ਗੱਲਾਂ। ਯਾਦ ਹੀ ਹਾਂ, ਉਹਨਾਂ ਨੂੰ ਕੁਝ ਵੀ ਕਹਿਣ ਦੀ ਲੋੜ ਤਾਂ ਹੈ ਨਹੀਂ, ਕੋਈ ਨਵੀਂ ਗੱਲ ਤਾਂ ਹੈ ਹੀ ਨਹੀਂ ਉਹਨਾਂ ਲਈ। ਉਹ ਬੰਦਾ ਇੱਥੋਂ ਹੀ ਵੱਟਾਂ ਤੋਂ ਹੀ ਗਿਆ, ਹੈ ਨਾ। ਅੱਡੀਆਂ ਕਿ ਜਥੇਬੰਦੀ ਵੀ ਸ਼ਾਇਦ ਤੁਹਾਡੀ ਬਣੀ ਸੀ ਸਾਰੇ ਗਵਈਆਂ ਦੀ ਇਸ ਗੱਲ ਦੇ ਵਿੱਚ, ਹਾਂਜੀ ਕਿ ਵੀ ਜਿਹੜੀ ਲੱਚਰਤਾ ਦੇ ਉੱਤੇ ਜਿਹੜੇ ਗਾਇਕ ਗੀਤ ਆਉਂਦੇ ਪਏ ਆ ਉਹਨਾਂ ਨੂੰ ਠੱਲ ਪਾਈ ਜਾ ਸਕੇ। ਜੀ। ਉਸ ਜਥੇਬੰਦੀ ਦਾ ਵੀ ਕੋਈ ਮੁੜ ਕੇ ਸਿਰਾ ਪਰ ਨਹੀਂ ਲੱਗਿਆ। ਬਸ ਬਾਈ ਉਹੀ ਹੈ ਕਿ ਜਿਵੇਂ ਅੱਜ ਕੱਲ੍ਹ ਕੌਮ ਕਹਿੰਦੀ ਹੈ ਨਾ, ਜਰਨੈਲ ਹੈ ਨਹੀਂ ਕੋਈ। ਤੁਸੀਂ ਮੇਰੀ ਗੱਲ ਨੂੰ ਸਮਝੋ, ਅੱਜ ਕੱਲ੍ਹ ਪੰਜਾਬ ਰੌਲਾ ਪਾਉਂਦਾ ਫਿਰਦਾ ਯਾਰ, ਕਰੀਏ ਕੀ, ਜਰਨੈਲ ਹੈ ਨਹੀਂ ਕੋਈ। ਇਸ ਕਰਕੇ ਇੰਡਸਟਰੀ ਵੀ ਪਿੜਦੀ ਫਿਰਦੀ ਹੈ ਬਾਈ, ਜਰਨੈਲ ਹੈ ਨਹੀਂ ਕੋਈ, ਹੈ ਨਾ। ਕੋਈ ਇਸ ਤਰ੍ਹਾਂ ਦਾ ਕਿਰਦਾਰ ਜਿਹੜਾ ਨਿਕਲ ਕੇ ਆਵੇ, ਜਿਹਨੇ ਸਾਲਾਂ ਬਾਅਦ ਹੀ ਕੰਮ ਕੀਤਾ ਹੋਵੇ, ਜਿਹਦੇ 3-4 ਦਹਾਕੇ ਬੋਲਦੇ ਹੋਣ, ਕੋਈ ਸਵਾਲ ਹੀ ਨਾ ਹੋਵੇ ਜਿਹੜੇ ਬੰਦੇ ਤੇ। ਉਹ ਬੰਦਾ ਆ ਕੇ ਜਦੋਂ ਜਿਹਦਾ ਔਰਾ ਇਹੋ ਜਿਹਾ ਹੋਵੇ, ਜਦੋਂ ਆ ਕੇ ਸਾਡੇ ਵਰਗੇ ਸ਼ੋਰਾਂ 'ਚ ਬੈਠੇ ਤੇ ਸਾਨੂੰ ਪਤਾ ਹੋਵੇ ਕਿ ਹੁਣ ਭਾਈ ਅਸੀਂ ਥੋੜ੍ਹੇ ਠੀਕ ਹੋ ਕੇ ਬੈਠੀਏ, ਸਾਡਾ ਪਿਓ ਬੈਠਾ ਹੈ ਨਾ। ਜਿਹਦੇ ਕੋਲੇ ਉਹ ਸਟੇਟਮੈਂਟ ਹੋਵੇ, ਐਨਰਜੀ ਹੋਵੇ, ਜਿਹਦੇ ਕੋਲੇ ਉਹ ਐਕਟੀਵੇਸ਼ਨ ਹੋਵੇ। ਪਰ ਹੁਣ ਸਮੱਸਿਆ ਇਹ ਹੈ ਕਿ ਉਹ ਬੰਦੇ ਦੇਵੇ ਸਾਨੂੰ ਮਹਾਰਾਜ, ਤਾਂ ਉਹ ਨਿਗਰਤਾ ਆਵੇ ਉਸ ਤਰ੍ਹਾਂ ਦੀ। ਤੇ ਬਾਕੀ ਆਹ ਸੈਂਸਰ ਵਾਲੀ ਜਿਹੜੀ ਗੱਲ ਹੈ ਨਾ, ਇਹ ਮੇਰੇ ਖਿਆਲ 'ਚ ਸਭ ਤੋਂ ਵੱਡਾ ਹਥਿਆਰ ਹੈ ਕਿ ਕਿਤੇ ਸਾਨੂੰ ਉਸ ਨੱਕੇ ਵਿੱਚ ਦੀ ਸਾਰੇ ਕਲਾਕਾਰਾਂ ਨੂੰ ਲੰਘਣਾ ਪੈ ਜੇ। ਅਸੀਂ ਆਪਦਾ ਇੱਕ ਪ੍ਰੋਡਕਟ ਤਿਆਰ ਕਰੀਏ, ਗੀਤ ਦੇ ਲਿਰਿਕਸ ਲਈਏ, ਉਹਦੀਆਂ ਕੰਪੋਜੀਸ਼ਨਾਂ ਬਣਾਈਏ, ਉਹਨਾਂ ਦੀਆਂ ਤਰਜ਼ਾਂ ਬਣਾਈਏ, ਮਿਊਜ਼ਿਕ ਕਰੀਏ, ਵੀਡੀਓ ਕਰੀਏ, ਤੇ ਬਣਾ ਕੇ ਰਿਲੀਜ਼ ਹੋਣ ਤੋਂ ਪਹਿਲਾਂ ਉਸ ਨੱਕੇ ਵਿੱਚ ਦੀ ਲੰਘੇ ਸਾਡਾ ਗੀਤ ਕਿ ਜੀ ਅਸੀਂ ਆਹ ਗੀਤ ਬਣਾਇਆ ਜੀ, ਆਹ ਇਹਦੀ ਵੀਡੀਓ ਹੈ, ਕੋਈ ਸਵਾਲ ਤਾਂ ਨਹੀਂ ਤੁਹਾਨੂੰ। ਤੇ ਗਾਹ ਜਿਹੜੇ ਉਹ 5 ਬੰਦੇ ਬੈਠੇ ਹੋਣ ਸੈਂਸਰ ਦੇ, ਉਹ ਹਿੰਮਤ ਰੱਖਦੇ ਹੋਣ ਕਿ ਜੇ ਪ੍ਰੋਡਕਟ ਸਹੀ ਨਹੀਂ ਹੈ ਤਾਂ ਉਵੇਂ ਬਰੰਗ ਚਿੱਠੀ ਵਾਂਗੂ ਮੋੜਨ ਦੀ ਹਿੰਮਤ ਰੱਖਦੇ ਹੋਣ, ਕੋਈ ਆਸੇ-ਪਾਸੇ ਫੋਨ ਨਾ ਆਉਂਦੇ ਹੋਣ, ਹੈ ਨਾ। ਕਿਤੇ ਉਸ ਤਰ੍ਹਾਂ ਦਾ ਸੈਂਸਰ ਆ ਜੇ ਤਾਂ ਸੁਧਾਰ ਹੋਣ ਤੇ ਬਾਈ ਜੀ 1 ਦਿਨ ਲੱਗਣਾ ਜੀ। ਵਿੱਚ ਜਦੋਂ ਕੋਈ ਸਵਾਲ ਪੁੱਛੋ ਤਾਂ ਮੈਨੂੰ ਪਤਾ ਹੋਵੇ ਕਿ ਇਹ ਪੱਤਰਕਾਰ ਭਰਾ ਫਲਾਣੇ ਪਿੰਡ ਦਾ, ਇਹਦੇ ਘਰ ਦੇ ਹਾਲਾਤ ਇਹੋ ਜਿਹੇ ਹੈ। ਸੋ ਓਨੈਸਟਲੀ ਇਹ ਇੱਥੋਂ ਦੀ ਆਵਾਜ਼ ਹੈ ਮੇਰੀ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਸਕੀਰੀਆਂ ਇੱਦਾਂ ਦੀਆਂ ਹੋਣ ਕਿ ਸਾਨੂੰ ਪਰਸਨਲੀ ਇੱਕ ਦੂਜੇ ਦੇ ਨਾਂ ਪਤਾ ਹੋਣ, ਅਸੀਂ ਚੰਗੀ ਤਰ੍ਹਾਂ ਜਾਣਦੇ ਹੋਈਏ, ਕੋਈ ਦੁੱਖ ਸੁੱਖ ਹੋਵੇ ਅਸੀਂ ਇੱਕ ਦੂਜੇ ਨਾਲ ਖੜੀਏ। ਸੋ ਤੁਹਾਡੇ ਸਾਰਿਆਂ ਲਈ ਅਰਦਾਸ ਕਰਦੇ, ਤੁਸੀਂ ਵੀ ਮੇਰੇ ਲਈ ਅਰਦਾਸ ਕਰਿਓ ਕਿ ਮਹਾਰਾਜ ਜਿਸ ਤਰ੍ਹਾਂ ਦੀ ਨੇਕੀ, ਜਿਸ ਤਰ੍ਹਾਂ ਦੇ ਖਿਆਲਾਤ ਹੌਲੀ ਹੌਲੀ ਬਖਸ਼ਦਾ ਜਾ ਰਿਹਾ, ਇਹਦੇ 'ਚ ਵਾਧਾ ਹੋਵੇ। ਬਹੁਤ ਬਹੁਤ ਆਦਰ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।